ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਕਰੀਏ ਰਸਨਾ ਪਵਿੱਤਰ, ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਨੂੰ ਪਹਿਲੇ 13 ਅੰਗ ਇਹ ਗੁਰਬਾਣੀ ਨੂੰ ਵਿਚਾਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਵਾਹਿਗੁਰੂ ਦਾ ਕੋਟਨ ਕੋਟ ਵਾਰ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਕਿਰਪਾ ਦੇ ਨਾਲ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਜੀ ਇਸ ਸੋਹਲਾ ਬਾਣੀ ਦੇ ਸ਼ਬਦ ਦੇ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲੈ ਚੁਬੈ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਗੁਰਮੁਖ ਪਿਆਰਿਓ, ਸੋਹਲਾ ਸਾਹਿਬ ਜੀ ਦੀ ਬਾਣੀ ਦਾ ਇਹ ਚੌਥਾ ਸ਼ਬਦ ਹੈ। 3 ਸ਼ਬਦ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤੇ ਹੋਏ ਹਨ। ਪਹਿਲੇ 3 ਅਤੇ ਚੌਥਾ ਸ਼ਬਦ ਚੌਥੇ ਪਾਤਸ਼ਾਹ ਜੀ ਦਾ, ਅਤੇ 5ਵਾਂ ਸ਼ਬਦ ਆ ਜਿਹੜਾ 5ਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਇੱਥੋਂ ਵੀ ਸਪਸ਼ਟ ਹੁੰਦਾ ਕਿ 31 ਰਾਗਾਂ ਦੇ ਵਿੱਚੋਂ ਰਾਗ ਗੌੜੀ ਦੇ ਵਿੱਚ ਇਹ ਸ਼ਬਦ ਹੈ। ਪੂਰਬੀ ਗੌੜੀ ਦੀ ਕਿਸਮ ਹੈ। ਮਹੱਲਾ ਚੌਥਾ ਭਾਵ ਚੌਥੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਹੁਣ ਅੱਗੇ ਸ਼ਬਦ ਨੂੰ, ਸ਼ਬਦ ਦੇ ਭਾਵ ਅਰਥਾਂ ਨੂੰ ਸਮਝਣ ਦੇ ਵਾਸਤੇ ਕਿ ਸਾਨੂੰ ਭੁਲੇਖਾ ਨਾ ਲੱਗੇ, ਸਾਨੂੰ ਸਭ ਤੋਂ ਪਹਿਲਾਂ ਰਹਾਉ ਦੀ ਪੰਕਤੀ ਨੂੰ ਵਿਚਾਰਨਾ ਚਾਹੀਦਾ, ਕਿਉਂਕਿ ਰਹਾਉ ਦੀ ਪੰਕਤੀ ਸ਼ਬਦ ਦਾ ਸੈਂਟਰਲ ਆਈਡੀਆ ਹੁੰਦੀ ਹੈ। ਉਹਦੇ ਆਲੇ ਦੁਆਲੇ ਹੀ ਸ਼ਬਦ ਦੀ ਵਿਚਾਰ ਨੇ ਘੁੰਮਣਾ ਹੁੰਦਾ। ਰਹਾਉ ਦੀ ਪੰਕਤੀ ਵਿੱਚ ਕੀ ਸਮਝਾ ਰਹੇ ਹਨ ਗੁਰੂ ਪਿਤਾ ਜੀ? ਕਰ ਸਾਧੂ
ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ ਰਹਾਉ। ਅੱਜ ਦੀ ਕਲਾਸ ਦੇ ਵਿੱਚ, ਸਤਸੰਗ ਦੀ ਕਲਾਸ ਦੇ ਵਿੱਚ ਇੱਕ ਸਵਾਲ ਬਣਦਾ, ਉਸ ਸਵਾਲ ਦਾ ਜਵਾਬ ਮਿਲੇਗਾ ਕਿ ਦੁਨੀਆ ਦੇ ਵਿੱਚ ਧਰਮੀ ਲੋਕ ਆਮ ਮੰਨੇ ਜਾਂਦੇ ਆ ਕਿ ਜਿਹੜੇ ਪੁੰਨਦਾਨ ਕਰਦੇ ਆ ਉਹਨਾਂ ਨੂੰ ਵਧੀਆ ਮੰਨਿਆ ਜਾਂਦਾ, ਉਹਨਾਂ ਨੂੰ ਚੰਗੇ ਪੁਰਸ਼ ਮੰਨਿਆ ਜਾਂਦਾ, ਅਤੇ ਗਰੀਬੀ ਦੇ ਕਾਰਨ ਜੇ ਕੋਈ ਪੁੰਨਦਾਨ ਨਾ ਕਰ ਸਕਦਾ ਹੋਵੇ ਤਾਂ ਉਹਨੂੰ ਆਮ ਤੌਰ 'ਤੇ ਧਰਮੀ ਮੰਨਿਆ ਹੀ ਨਹੀਂ ਜਾਂਦਾ, ਇਹ ਤਾਂ ਪੁੰਨਦਾਨ ਕਰਦਾ ਹੀ ਨਹੀਂ। ਹੁਣ ਬਾਹਰਲੇ ਪੁੰਨਦਾਨ ਸੰਸਾਰ ਦੇ ਵਿੱਚ ਵਡਿਆਈ ਦੇ ਸਕਦੇ ਆ, ਪਰ ਅਸਲ ਪੁੰਨ ਮਨੁੱਖ ਵਾਸਤੇ ਕੀ ਹੈ? ਮੈਂ ਤਾਂ ਜਾਂ ਐਂ ਕਹਿ ਲਈਏ ਜੀ, ਮੇਰੇ ਅੰਦਰ ਤਾਂ ਕੋਈ ਫਰਕ ਨਹੀਂ ਪਿਆ। ਅੱਜ ਦੀ ਕਲਾਸ ਦੇ ਵਿੱਚ ਇੱਕ ਸਿੱਖ ਬੱਚੇ ਦਾ, ਸਿੱਖ ਮਨ ਰੂਪੀ ਬੱਚੇ ਦਾ ਸਵਾਲ ਆ ਕਿ ਮੈਂ ਜੀ ਪੁੰਨਦਾਨ ਵੀ ਬਹੁਤ ਕਰਦਾ ਰਿਹਾ, ਮੈਂ ਤਾਂ ਧਰਮੀ ਵੀ ਬਹੁਤ ਚਿਰ ਦਾ ਬਣਿਆ ਹੋਇਆ, ਪਰ ਜਿਹੜੀਆਂ ਗੱਲਾਂ ਤੁਸੀਂ ਸਮਝਾ ਰਹੇ ਹੋ ਉਹ ਗੱਲ ਵਾਪਰ ਨਹੀਂ ਰਹੀ, ਅੰਦਰ ਆਨੰਦ ਨਹੀਂ ਆ ਰਿਹਾ, ਅੰਦਰ ਸਵਾਦ ਨਹੀਂ ਆ ਰਿਹਾ, ਮੇਰੇ 'ਚ ਕੀ ਨੁਕਸ ਆ? ਮੇਰਾ ਇਹ ਨੁਕਸ ਦੂਰ ਕਰੋ। ਜਿਵੇਂ ਇੱਕ ਡਾਕਟਰ ਕੋਲੇ ਦਵਾਈ ਲੈਣ ਜਾਂਦਾ ਮਨੁੱਖ, ਮਰੀਜ਼ ਜਾਂਦਾ, ਉਹ ਆਪਣੀ ਹਾਲਤ ਨੂੰ ਦੱਸ ਦਿੰਦਾ ਕਿ ਮੇਰੀ ਆਹ ਹਾਲਤ ਆ, ਫਿਰ ਡਾਕਟਰ ਦੱਸਦਾ ਕਿ ਤੈਨੂੰ ਆਹ ਨੁਕਸ ਆ, ਤੂੰ ਆਹ ਕੰਮ ਕਰਨੇ ਆ, ਨਾਲ ਦਵਾਈ ਲੈ ਜਾ ਅਤੇ ਆਹ ਚੀਜ਼ਾਂ ਤੋਂ ਪਰਹੇਜ਼ ਰੱਖਣਾ। ਅਤੇ ਇੱਧਰਲੇ ਪਾਸੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕੱਟੈ ਜਮ ਕੀ ਫੰਦਾ। ਜਮਾਂ ਦੀਆਂ ਫਾਹੀਆਂ ਕੱਟ ਦੇਣ ਵਾਲੇ ਗੁਰੂ ਜੀ ਆ ਮੇਰੇ, ਐਸੇ ਵੈਦ ਆ, ਇਹ ਗਿਆਨ ਦਿੰਦੇ ਆ, ਗਿਆਨ ਦੀ ਪੁੜੀ ਦਿੰਦੇ ਆ ਜਿਹੜੀ ਛਕਣੀ ਹੈ, ਅਤੇ ਉਹਦੇ ਨਾਲ ਆ ਜਿਹੜਾ ਮੇਰਾ ਅੰਦਰਲਾ ਰੋਗ ਕੱਟਿਆ ਜਾਂਦਾ। ਅਤੇ ਮੇਰੇ ਅੰਦਰ ਅਸਰ ਕਿਉਂ ਨਹੀਂ ਹੋ ਰਿਹਾ ਅਤੇ ਮੇਰੇ 'ਚ ਕੀ ਨੁਕਸ ਆ? ਇਹ ਗੁਰੂ ਪਾਤਸ਼ਾਹ ਜੀ ਸਮਝਾਉਣਗੇ ਕਿ ਸਭ ਤੋਂ ਵੱਡਾ ਜਿਹੜਾ ਤੂੰ ਬਾਹਰਲੇ ਕੰਮਾਂ ਦੇ ਵਿੱਚ ਫਸਿਆ ਨਾ, ਬਾਹਰੋਂ ਸਰੀਰ ਨੂੰ ਧਰਮੀ ਬਣਾਉਣਾ ਚਾਹੁੰਦਾ, ਬਾਹਰੋਂ ਜਿਹੜਾ ਦਾਨ ਕਰਦਾ ਉਹ ਵੀ ਤੇਰਾ ਦਿਖਾਵਾ, ਉਹਦੇ ਪਿੱਛੇ ਵੀ ਬਹੁਤ ਕੁਝ ਛੁਪਿਆ ਪਿਆ। ਪਹਿਲਾਂ ਬੰਦੇ ਕੋਲੇ 4 ਪੈਸੇ ਹੁੰਦੇ ਆ ਇਕੱਠੇ, 4 ਪੈਸੇ ਇਕੱਠੇ ਹੋ ਕੇ ਫਿਰ ਬੰਦਾ 9 ਕਮਾਉਣਾ ਚਾਹੁੰਦਾ। ਮਨੁੱਖ ਦੀ ਇਹ ਸਾਈਕੀ ਹੈ। ਪਹਿਲਾਂ ਜਿਹੜਾ ਹੈ ਮਨੁੱਖ ਦੀ ਜਿਹੜੀ ਰੋਟੀ, ਕੱਪੜਾ ਔਰ ਮਕਾਨ, ਇਹ 3 ਚੀਜ਼ਾਂ ਦੀ ਮਨੁੱਖ ਦੇ ਮਨ ਨੂੰ ਜ਼ਰੂਰਤ ਆ। ਜਦੋਂ ਤਿੰਨੇ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਫਿਰ ਮਨੁੱਖ ਕੋਲ 4 ਪੈਸੇ ਹੁੰਦੇ ਆ, ਤਾਂ ਮਨੁੱਖ ਦਾ ਮਨ ਕਰਦਾ ਕਿ ਮੈਂ ਨਾਂ ਕਮਾ ਕੇ ਜਾਵਾਂ, ਮੇਰਾ ਨਾਂ ਹੋਵੇ। ਫਿਰ ਪੁੰਨ ਦਾਨ ਕਰਦਾ, ਕਿਤੇ ਪੁੰਨ ਕਰਤਾ, ਕਿਤੇ ਕਿਵੇਂ ਦਾਨ ਕਰਤਾ। ਇਹਦੇ ਕਰਕੇ ਧਰਮੀ ਜਿਹੜਾ ਲੋਕਾਂ ਦੇ ਵਿੱਚ ਤਾਂ ਬਣ ਜਾਂਦਾ, ਪਰ ਸੱਚਾ ਧਰਮੀ ਨਹੀਂ ਬਣਦਾ। ਹੁਣ ਸਾਨੂੰ ਇਹ ਸਮਝਾਇਆ ਜਾ ਰਿਹਾ ਵੀ ਇੱਕ ਅਸਲ ਜਿਹੜਾ ਧਰਮੀ ਹੈ, ਇੱਕ ਨਕਲੀ ਧਰਮੀ ਹੈ। ਜਿਵੇਂ ਮੰਨ ਲਓ ਮੁਸਲਮਾਨ ਵੀਰ ਆ, ਮੁਸਲਮਾਨ ਵੀਰਾਂ ਨੇ ਬਹੁਤ ਸਾਰਿਆਂ ਨੇ ਸਾਥ ਵੀ ਦਿੱਤਾ ਗੁਰੂ ਸਾਹਿਬਾਨਾਂ ਦਾ, ਅਤੇ ਬਹੁਤ ਸਾਰਿਆਂ ਨੇ ਪਰੇਸ਼ਾਨੀਆਂ ਵੀ ਪੈਦਾ ਕੀਤੀਆਂ। ਭਾਵ ਕਿ ਮੁਸਲਮਾਨ ਕੌਮ ਦੇ ਵਿੱਚ ਚੰਗੇ ਬੰਦੇ ਵੀ ਹੈਗੇ ਆ ਅਤੇ ਮਾੜੇ ਬੰਦੇ ਵੀ ਹੈਗੇ ਆ। ਇਸੇ ਤਰ੍ਹਾਂ ਹਿੰਦੂ ਕੌਮ ਦੇ ਵਿੱਚ ਚੰਗੇ ਬੰਦੇ ਵੀ ਹੈਗੇ ਆ, ਮਾੜੇ ਬੰਦੇ ਵੀ। ਇਸੇ ਤਰ੍ਹਾਂ ਬੋਧੀ, ਜੈਨੀ, ਭਾਵ ਕਿ ਸਾਰੇ ਸੰਸਾਰ ਦੇ ਵਿੱਚ। ਇਸੇ ਤਰ੍ਹਾਂ ਹੁਣ ਸਿੱਖਾਂ ਦੇ ਵਿੱਚ ਵੀ ਹੈ, ਚੰਗੇ ਵੀ ਹੈਗੇ ਆ ਅਤੇ ਮਾੜੇ ਵੀ ਹੈਗੇ ਆ। ਅਸਲ ਤੇ ਨਕਲ ਦਾ ਫਰਕ ਸਮਝਾ ਰਹੇ ਆ। ਅਸਲੀ ਜਿਹੜਾ ਧਰਮੀ ਹੈ ਉਹ ਤਾਂ ਤਾਰ ਦਿੰਦਾ, ਜਿਹੜਾ ਨਕਲੀ ਧਰਮੀ ਹੈ ਉਹ ਡੋਬ ਦਿੰਦਾ। ਭਾਵੇਂ ਹਿੰਦੂ ਹੋਵੇ, ਭਾਵੇਂ ਸਿੱਖ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਬੋਧੀ, ਜੈਨੀ ਤੇ ਈਸਾਈ ਹੋਵੇ। ਅਸਲੀ ਡਾਕਟਰ ਆ ਜਿਹੜਾ ਉਹ ਇਲਾਜ ਕਰ ਦਿੰਦਾ। ਨਕਲੀ ਡਾਕਟਰ ਆ ਜਿਹਨੇ ਕੇਵਲ ਤੇ ਕੇਵਲ ਵਰਦੀ ਹੀ ਪਾ ਲਈ, ਅੰਦਰੋਂ ਡਾਕਟਰੀ ਦਾ ਗਿਆਨ ਨਹੀਂ, ਅੰਦਰੋਂ ਜਿਹੜੀ ਉਹ ਪੜ੍ਹਾਈ ਨਹੀਂ ਕੀਤੀ, ਉਹ ਨੁਕਸਾਨਦੇਹ ਆ। ਇਹ ਸਮਝਾਇਆ ਜਾ ਰਿਹਾ। ਫਿਰ ਹੁਣ ਸਾਡੇ ਵਾਸਤੇ ਪੁੰਨ ਵੱਡਾ ਕੀ ਆ, ਅਸੀਂ ਕਰਨਾ ਕੀ ਹੈ, ਸਿੱਖਾਂ ਨੇ ਕੀ ਕਰਨਾ, ਕਿਵੇਂ ਅਸੀਂ ਸਭ ਤੋਂ ਵੱਡਾ ਪੁੰਨ ਕਰ ਸਕਦੇ ਹਾਂ? ਸਭ ਤੋਂ ਵੱਡਾ ਪੁੰਨ ਹੈ ਆਪਣੇ ਆਪ ਨੂੰ ਸੁਵਾਰਨਾ। ਆਪ ਸੁਬਾਰਾ ਹੈ, ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜਾ ਗਿਰੀਵਾਨ ਮਹਿ, ਸਿਰ ਨੀਵਾਂ ਕਰ ਦੇਖ। ਅੱਜ ਦੀ ਕਲਾਸ ਵਿੱਚ ਦੱਸ ਰਹੇ ਹਨ ਗੁਰੂ ਪਿਤਾ ਜੀ ਕਿ ਕਿਹੜਾ ਪੁੰਨ ਵੱਡਾ ਮਨੁੱਖ ਵਾਸਤੇ। ਅਸੀਂ ਸਿੱਖ ਬੱਚਿਆਂ ਨੇ ਬੜੇ ਧਿਆਨ ਨਾਲ ਸੁਣਨਾ ਹੈ। ਹੇ ਭਾਈ ਗੁਰਮੁਖ ਪਿਆਰਿਓ, ਐਂ ਕਰਿਆ ਕਰੋ। ਕਿਵੇਂ ਕਰੀਏ ਜੀ? ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਹੁਣ 2 ਸ਼ਬਦ ਆਏ ਆ, ਕਰ, ਕਰਿਆ ਕਰ, ਕਰਨਾ ਚਾਹੀਦਾ ਹੈ,
ਤੂੰ ਕਰ ਜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ। ਕੀ ਕਰਾਂ ਜੀ? ਸਾਧੂ ਨੂੰ ਅੰਜਲੀ ਕਰ, ਸਾਧੂ ਦੇ ਅੱਗੇ। ਹੁਣ ਸਾਧੂ ਦਾ ਲਫ਼ਜ਼ ਹੁਣ ਕੱਲੇ ਕੱਪੜਿਆਂ ਵਾਲਾ ਵੀ ਸਾਧੂ ਹੋ ਸਕਦਾ ਤੇ ਵਧੀਆ ਵੀ ਸਾਧੂ ਹੋ ਸਕਦਾ। ਚੰਗਾ ਤੇ ਮਾੜਾ ਆਪਾਂ ਤਾਂ ਹੀ ਪਹਿਲਾਂ ਸਮਝਿਆ, ਦੋ ਤਰ੍ਹਾਂ ਦੇ ਮਨੁੱਖ ਆ ਹਰ ਧਰਮ ਦੇ ਵਿੱਚ। ਤੇ ਸਾਡੇ ਸਿੱਖਾਂ ਦੇ ਵਾਸਤੇ ਸਭ ਤੋਂ ਵੱਡਾ ਸਾਡਾ ਪਰ ਉਪਕਾਰ ਜਿਹੜਾ ਕੀਤਾ ਗੁਰੂ ਸਾਹਿਬਾਨਾਂ ਨੇ ਤੇ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਨੇ, ਉਹ ਇਹ ਕੀਤਾ ਕਿ ਸਾਨੂੰ 35 ਸਾਧੂਆਂ ਦੇ ਨਾਲ ਮਿਲਾ ਦਿੱਤਾ ਕਿ ਆਹ 35 ਸਾਧੂ ਜਿਹੜੇ ਰਜਿਸਟਰਡ ਆ। ਕਰ ਸਾਧੂ ਅੰਜਲੀ ਹੁੰਦਾ ਬੁੱਕ ਕਰਨਾ, ਬੁੱਕ ਇਸ ਤਰ੍ਹਾਂ ਕਰਨਾ। ਸਾਧੂ ਗੁਰੂ ਦੇ ਅੱਗੇ ਆਏ ਬੁੱਕ ਕਰ, ਪੁੰਨ ਵੱਡਾ ਹੈ, ਆ ਵੱਡਾ ਪੁੰਨ ਆ ਤੇਰੇ ਵਾਸਤੇ। ਭਾਵ ਅਰਥ ਫੇਰ ਸਮਝ ਲਈਏ ਕਿ ਸਾਧੂ ਦੇ ਅੱਗੇ ਬੁੱਕ ਕਰ। ਸਾਧੂ ਤੋਂ ਕੀ ਲੈਣਾ? ਗਿਆਨ ਲੈਣਾ। ਸਾਧੂ ਕੌਣ ਆ? ਗੁਰੂ ਸਾਧੂ ਦੇ ਅੱਗੇ ਬੁੱਕ ਕਰ। ਨਕਲੀ ਸਾਧੂ ਅੱਗੇ ਨਾ ਬੁੱਕ ਕਰ ਬੈਠੀ। ਅਸਲੀ ਸਾਧੂ ਜਿਹੜੇ 35 ਸਾਧੂ ਰਜਿਸਟਰਡ ਆ, ਇਹਨਾਂ ਦੇ ਅੱਗੇ, ਗੁਰੂ ਦੇ ਅੱਗੇ, ਜਿਨ੍ਹਾਂ ਨੇ ਸਾਧਨਾ ਕੀਤੀ ਹੋਈ ਆ, ਪਹੁੰਚਿਆ ਹੋਇਆਂ ਦੇ ਗੁਰਬਾਣੀ ਦੇ ਅੱਗੇ ਅੰਜਲੀ ਬੁੱਕ ਕਰ। ਕਿਉਂ ਕਰ? ਕਿ ਮੈਨੂੰ ਗਿਆਨ ਦਿਓ ਜੀ, ਪੁੰਨ ਵੱਡਾ ਹੈ, ਆ ਤੇਰੇ ਵਾਸਤੇ ਵੱਡਾ ਪੁੰਨ ਆ। ਜਿਵੇਂ ਮੰਨ ਲਓ ਇਸ ਤਰ੍ਹਾਂ ਸਮਝ ਲਈਏ, ਬਹੁਤ ਜ਼ਿਆਦਾ ਗੁਰਮੁਖ ਪਿਆਰਿਓ ਕਿਸੇ ਬੰਦੇ ਨੂੰ ਪਿਆਸ ਲੱਗੀ ਸੀ, ਉਹ ਹਉਮੈ ਵਾਲਾ ਆਕੜ ਵਾਲਾ ਬੰਦਾ ਸੀਗਾ, ਉਹ ਨਾ ਚਲਿਆ ਗਿਆ ਕਿਸੇ ਨਦੀ ਦੇ ਕਿਨਾਰੇ ਤੇ। ਹੁਣ ਨਦੀ ਚੱਲ ਰਹੀ ਆ, ਪਾਣੀ ਚੱਲ ਰਿਹਾ, ਉਹ ਝੁਕਦਾ ਨਹੀਂ, ਹਉਮੈ ਦੇ ਕਾਰਨ ਉਹ ਨੀਵਾਂ ਨਹੀਂ ਹੁੰਦਾ। ਜਿੰਨਾ ਚਿਰ ਹੁਣ ਦੇਖੋ ਇੱਕ ਬੰਦਾ ਨਹਿਰ ਦੇ ਕਿਨਾਰੇ ਖੜਾ, ਨਦੀ ਦੇ ਕਿਨਾਰੇ, ਨਹਿਰ ਦੇ ਕਿਨਾਰੇ ਜਾਣੀ ਪਾਣੀ ਦੇ ਕਿਨਾਰੇ ਖੜਾ, ਹੁਣ ਉਹਨੇ ਪਾਣੀ ਪੀਣਾ। ਹੁਣ ਜੇ ਉਹ ਕਹੇ ਵੀ ਮੈਂ ਤਾਂ ਖੜਾ, ਝੁਕਣਾ ਨਹੀਂ ਤੇ ਪਾਣੀ ਪੀਤਾ ਜਾਵੇ, ਹੋ ਸਕਦਾ? ਨਹੀਂ ਹੋ ਸਕਦਾ। ਹੁਣ ਉਹਨੂੰ ਕੀ ਕਰਨਾ ਪਊਗਾ? ਪਹਿਲਾਂ ਤਾਂ ਢਿੱਡ ਭਰਨੇ ਪੈਣਾ ਪਊ। ਪਾਣੀ ਡੂੰਘਾ ਕਿਨਾਰਿਆਂ ਤੋਂ ਚੱਲ ਰਿਹਾ, ਬਿਲਕੁਲ ਡਿੱਗਣਾ ਪਊ। ਡਿੱਗ ਗਿਆ, ਆਈ ਨਹੀਂ ਦੇਖਿਆ ਮੇਰੇ ਲੀੜੇ ਕੱਪੜੇ ਲਿਬੜਦੇ ਆ ਫਲਾਨਾ, ਐਂ ਢਿੱਡ ਭਰਨੇ ਪੈ ਗਿਆ। ਫਿਰ ਉਹਨੇ ਕੀ ਕੀਤਾ? ਹੇਠਾਂ ਨੂੰ ਬੁੱਕ ਬਣਾਇਆ, ਬੁੱਕ ਬਣਾ ਕੇ ਇਸ ਤਰ੍ਹਾਂ ਬੁੱਕ ਦੇ ਨਾਲ ਪਾਣੀ ਪੀ ਲਿਆ। ਕਿਉਂ ਪੀਤਾ ਗਿਆ ਪਾਣੀ ਉਹ ਤੋਂ? ਕਿਉਂਕਿ ਉਹ ਨੀਵਾਂ ਹੋ ਗਿਆ, ਝੁਕ ਗਿਆ। ਅਗਰ ਉਹ ਖੜਾ ਰਹਿੰਦਾ, ਭਾਵੇਂ ਸਰਾਣੇ ਹੀ ਖੜਾ ਰਹਿੰਦਾ, ਪਾਣੀ ਪੀ ਨਹੀਂ ਸਕਦਾ ਸੀ। ਹੁਣ ਇਹ ਸਾਡੇ ਤੇ ਆਉਂਦੇ ਆ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਮੁੜ ਜਾਂਦੇ ਹਾਂ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜੇ ਚਿਰ ਸ਼ਬਦ ਨਾ ਕਰਹਿ ਵਿਚਾਰ। ਹੁਣ ਅਸੀਂ ਨਦੀ ਦੇ ਗਿਆਨ ਦੇ ਕਿਨਾਰੇ ਤੇ ਖੜੇ ਆ, ਪਰ ਝੁਕਦੇ ਨਹੀਂ, ਝੁਕ ਕੇ ਲੈਂਦੇ ਨਹੀਂ, ਬੁੱਕ ਨਹੀਂ ਬਣਾਉਂਦੇ, ਅੰਜਲੀ ਨਹੀਂ ਕਰਦੇ। ਕੁਝ ਐਸਾ ਕੋਈ ਜਿਹੜਾ ਪ੍ਰੋਗਰਾਮ ਉਲੀਕਦੇ ਨਹੀਂ, ਤਿਆਰ ਨਹੀਂ ਕਰਦੇ, ਜਿਹਦੇ ਨਾਲ ਗੁਰੂ ਦੀ ਗੁਰਪ੍ਰਸਾਦ ਸਾਨੂੰ ਗੁਰੂ ਜੀ ਦਾ ਪ੍ਰਾਪਤ ਹੋ ਜਾਵੇ, ਗੁਰੂ ਦਾ ਗਿਆਨ ਸਾਨੂੰ ਪ੍ਰਾਪਤ ਹੋ ਜਾਵੇ। ਖੜੇ ਬੰਦਾ ਪਾਣੀ ਪੀ ਨਹੀਂ ਸਕਦਾ, ਜਿਹੜਾ ਝੁਕ ਗਿਆ ਉਹਨੇ ਪਾਣੀ ਪੀ ਲਿਆ। ਹੁਣ ਜਿਹਨੇ ਇਹ ਗੁਰਬਾਣੀ ਦੀ ਵਿਚਾਰ ਨੂੰ ਝੁਕ ਕੇ ਨਿਮਰਤਾ ਨਾਲ ਸੁਣ ਲਿਆ, ਉਹਨੇ ਸਮਝ ਲਓ ਗਿਆਨ ਰੂਪੀ ਅੰਮ੍ਰਿਤ ਪੀ ਲਿਆ, ਤੇ ਜਿਹੜਾ ਆਕੜ ਕੇ ਖੜਾ ਰਿਹਾ ਮੈਨੂੰ ਤਾਂ ਸਾਰਾ ਹੀ ਪਤਾ, ਉਹ ਰਹਿ ਗਿਆ। ਇਹ ਸਮਝਾ ਰਹੇ ਹਨ ਗੁਰੂ ਪਾਤਸ਼ਾਹ ਜੀ ਕਿ ਕਰ ਸਾਧੂ। ਪਹਿਲਾਂ ਤਾਂ ਸਾਧੂ ਸਾਨੂੰ ਸਰੀਰਕ ਨਹੀਂ ਹੈ, ਕਿਉਂਕਿ ਸਰੀਰ ਦੀ ਕਿਰਿਆ ਨਹੀਂ ਹੈ, ਮਨ ਨੇ ਝੁਕਣਾ ਗਿਆਨ ਗੁਰੂ ਦੇ ਅੱਗੇ। ਗੁਰੂ ਸਾਧੂ ਆ ਸਾਡੇ ਵਾਸਤੇ, ਜਾਂ ਆਪਾਂ ਕਹਿ ਲਈਏ ਵੀ ਇੱਕ ਸਿੱਖ ਵਾਸਤੇ ਆ 35 ਸਾਧੂ ਆ ਜਿਹੜੇ ਰਜਿਸਟਰ ਆ, ਜਿਨ੍ਹਾਂ ਦੇ ਪਿੱਛੇ ਸਾਨੂੰ ਲਾਇਆ। ਆਗਿਆ ਭਾਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇ। ਸਾਨੂੰ ਤਾਂ ਆਹ ਰਸਤਾ ਦੱਸਿਆ, ਹੇ ਭਾਈ ਤੇਰੀ ਗੱਲ ਤਾਂ ਨਹੀਂ ਬਣਦੀ, ਤੂੰ ਬਾਰੇ ਬਾਹਰ ਧਰਮੀ ਬਣਿਆ ਹੋਇਆ, ਵੱਡਾ ਪੁੰਨੀ ਵੀ ਬਣਿਆ ਹੋਇਆ, ਵੱਡਾ ਦੁਨੀਆ ਦੇ ਵਿੱਚ ਤੇਰਾ ਨਾਂ ਵੀ ਹੈ, ਪਰ ਤੇਰਾ ਮਨ ਨਹੀਂ ਝੁਕਿਆ, ਅੰਦਰੋਂ ਨਹੀਂ ਝੁਕਿਆ। ਜਿੰਨਾ ਚਿਰ ਗੁਰੂ ਸਾਧੂ ਅੱਗੇ, ਗਿਆਨ ਗੁਰੂ ਅੱਗੇ ਝੁਕਦਾ ਨਹੀਂ, ਅੰਜਲੀ ਨਹੀਂ ਕਰਦਾ, ਪੁੰਨ ਨਹੀਂ ਤੇਰਾ ਲੱਗਣਾ। ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ, ਇਹ ਤੇਰੇ ਵਾਸਤੇ ਵੱਡਾ ਪੁੰਨ ਆ। ਭਾਵ ਹੇ ਸਿੱਖਾ, ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਬਹਿ ਕੇ ਸੁਣ, ਗੁਰਪ੍ਰਸਾਦ ਲੈਣ ਦੀ ਕੋਸ਼ਿਸ਼ ਕਰ, ਇਹ ਤੇਰੇ ਵਾਸਤੇ ਵੱਡਾ ਕੰਮ। ਕਰ ਡੰਡੌਤ ਪੁੰਨ ਵੱਡਾ ਹੀ ਰਹਾਉ,
ਕਰ ਡੰਡੌਤ, ਡੰਡੇ ਵਾਂਗੂ ਸਿੱਧਾ ਹੋ ਜਾਣਾ। ਡੰਡੌਤ ਕਰਨੀ ਉਹੀ ਜਿਵੇਂ ਪਾਣੀ ਪੀਣ ਵਾਲੀ ਗੱਲ ਆ, ਡੰਡੌਤ ਹੋ ਗਈ ਨਾ। ਜਦੋਂ ਪਾਣੀ ਪੀਣ ਲੱਗਿਆ ਜੇ ਡੰਡੌਤ ਨਹੀਂ ਕਰਦਾ, ਜੇ ਆ ਢਿੱਡ ਸਾਰਾ ਕੁਝ ਥੱਲੇ ਨਹੀਂ ਲਾਉਂਦਾ, ਨਹੀਂ ਡਿੱਗਦਾ ਤੇ ਨਹੀਂ ਪਾਣੀ ਪੀ ਹੁੰਦਾ, ਕਰ ਡੰਡੌਤ ਮੇਰੇ ਮਨਾ ਹਉਮੈ ਨੂੰ ਛੱਡ। ਇਹ ਹਉਮੈ ਦਾ ਰੋਗ ਹੀ ਹੈ ਸਭ ਤੋਂ ਵੱਡਾ ਮਨੁੱਖ ਨੂੰ ਲੱਗਿਆ ਹੋਇਆ। ਕਰ ਡੰਡੌਤ ਪੁੰਨ ਵੱਡਾ ਹੈ ਰਹਾਓ, ਤੇ ਡੰਡੌਤ ਕਰ ਤੇ ਡਿੱਗ, ਇਹ ਤੇਰੇ ਵਾਸਤੇ ਵੱਡਾ ਕੰਮ ਆ। ਆਹ ਕੰਮ ਕਰਨਾ। ਹੁਣ ਮੇਰਾ ਸੁਧਾਰ ਤਾਂ ਨਹੀਂ ਹੋ ਰਿਹਾ, ਮੇਰਾ ਮਨ ਡਿੱਗਿਆ ਨਹੀਂ, ਮੇਰੇ ਮਨ ਨੇ ਅੰਜਲੀ ਨਹੀਂ ਕੀਤੀ, ਮੇਰੇ ਮਨ ਨੇ ਬੁੱਕ ਨਹੀਂ ਕੀਤਾ, ਮੈਂ ਪੀਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਵ ਮੈਂ ਗੁਰਬਾਣੀ ਨੂੰ ਸੁਣਨ ਸਮਝਣ ਦੀ ਇੱਧਰਲੀ ਜਿਹੜੀ ਹੈ ਮਿਹਨਤ ਕੋਸ਼ਿਸ਼ ਕੀਤੀ ਹੋਈ ਨਹੀਂ, ਤੇ ਇਹਦਾ ਕਰਕੇ ਮਨ ਮੇਰਾ ਹਉਮੈ ਦੇ ਵਿੱਚ ਆ। ਇਹ ਡੰਡੇ ਵਾਂਗੂ ਡੰਡੌਤ ਨਹੀਂ ਕਰਨ ਲੱਗਿਆ, ਸਿੱਧਾ ਨਹੀਂ ਹੋਇਆ। ਆਹ ਨੁਕਸ ਆ ਭਾਈ ਸਾਡੇ ਸਾਰਿਆਂ ਦੇ ਅੰਦਰ। ਹੁਣ ਨੁਕਸ ਕੀ ਹੈ, ਕੀ ਨਿਕਲਿਆ ਆ? ਹਉਮੈ ਦਾ। ਉਹੀ ਗੱਲ ਹੋ ਗਈ ਨਾ, ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਪੀਤ ਕਰਾਰੀ। ਹਉਮੈ ਦਾ ਕਰਕੇ ਮਨੁੱਖ ਡਿੱਗਦਾ ਨਹੀਂ ਗੁਰੂ ਦੇ ਅੱਗੇ, ਗੁਰੂ ਦੀ ਗੱਲ ਨੂੰ ਮੰਨਦਾ ਨਹੀਂ, ਸੁਣ ਵੀ ਲੈਂਦਾ, ਪੜ੍ਹ ਵੀ ਲੈਂਦਾ, ਤੇ ਪਰ ਮੰਨਣ ਵੇਲੇ ਜਿਹੜਾ ਇਹ ਧੋਖਾ ਖਾ ਜਾਂਦਾ। ਕਿਉਂ? ਕਿਉਂਕਿ ਗੁਰੂ ਸਾਧੂ ਤੋਂ ਮਨ ਟੁੱਟ ਕੇ ਨਕਲੀ ਸਾਧੂਆਂ ਨਾਲ ਜੁੜ ਗਿਆ। ਅਸਲੀ ਸਾਧੂ ਤੋਂ ਮਨ ਟੁੱਟ ਗਿਆ, ਅਸਲੀ ਸਾਧੂ ਦੀ ਗੱਲ ਨੂੰ ਛੱਡ ਬੈਠਾ, ਨਕਲੀ ਸਾਧੂਆਂ ਦੇ ਪਿੱਛੇ ਲੱਗ ਗਿਆ। ਜੇ ਉਧਰੋਂ ਛੱਡ ਕੇ ਦੁਬਾਰੇ ਫੇਰ ਇੱਧਰ ਮਨ ਲੱਗ ਜਾਵੇ, ਜੋ ਅਸਲ ਦੇ ਨਾਲ ਸੱਚ ਦੇ ਨਾਲ ਜੁੜ ਜਾਵੇ, ਤਾਂ ਇਹ ਵੱਡਾ ਪੁੰਨ ਦਾ ਕੰਮ ਮਨੁੱਖ ਦੇ ਮਨ ਵਾਸਤੇ ਹੋ ਸਕਦਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਹੁਣ ਰਹਾਉ ਦੀ ਪੰਕਤੀ ਨੂੰ ਵਿਚਾਰਨ ਤੋਂ ਬਾਅਦ ਪਹਿਲੀ ਪੰਕਤੀ ਹੈ ਕਿ ਨੁਕਸ ਕੀ ਹੈ ਭਾਈ। ਹੁਣ ਗੁਰੂ ਜੀ ਦੇ ਕੋਲ ਆ ਕੇ ਦੱਸਿਆ, ਡਾਕਟਰ ਦੇ ਕੋਲ ਆ ਕੇ ਗੱਲ ਕੀਤੀ ਕਿ ਮੈਨੂੰ ਆਨੰਦ ਨਹੀਂ ਆ ਰਿਹਾ, ਉੱਥੇ ਤੱਕ ਮੈਂ ਪਹੁੰਚਿਆ ਨਹੀਂ, ਜੋ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ ਮੇਰੇ ਨਾਲ ਹੋ ਨਹੀਂ ਰਿਹਾ, ਅੰਦਰੋਂ ਮੇਰੇ ਕਲਕਲ ਹੋ ਰਹੀ ਹੈ, ਮੈਂ ਜਿਹੜਾ ਹੈ ਜਨਮ ਮਰਨ ਮੇਰਾ ਹੋ ਹੀ ਜਾ ਰਿਹਾ, ਕੁਛ ਨਹੀਂ ਮੇਰਾ ਬਣਿਆ। ਤੇ ਕਿਉਂ ਨਹੀਂ ਬਣਿਆ ਹੁਣ ਸਮਝਾ ਰਹੇ ਹਨ। ਕਾਮ ਕ੍ਰੋਧ ਨਗਰ ਬਹੁ ਭਰਿਆ, ਭਾਈ ਤੇਰਾ ਜਿਹੜਾ ਸਰੀਰ ਰੂਪੀ ਨਗਰ ਆ, ਹੁਣ ਨਗਰ ਦਾ ਵੀ ਅਰਥ ਲੱਗ ਗਿਆ ਪਤਾ ਕਿ ਇਹ ਸਰੀਰ ਆ। ਕਾਮ ਕ੍ਰੋਧ, ਹੁਣ ਪਿੰਗਲ ਦੇ ਨਿਯਮ ਮੁਤਾਬਕ ਕੋਈ ਪੰਜਾਂ ਦਾ ਸੈੱਟ ਹੀ ਆ। ਪੰਜੇ ਜਾਂ ਚਲੇ ਜਾਣਗੇ ਜਾਂ ਆ ਜਾਣਗੇ, ਤੇ ਇਹਨਾਂ ਤੇ ਕੰਟਰੋਲ ਪੈ ਜਾਏਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਤੇਰਾ ਨਗਰ ਭਾਵ ਸਰੀਰ ਭਰਿਆ ਪਿਆ ਭਾਈ। ਹੁਣ ਕੀ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ? ਬਾਬਾ ਜੀ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ, ਨਹੀਂ, ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹ ਪੰਜਾਂ ਨੂੰ ਚੈਨਲਾਈਜ਼ ਕੀਤਾ ਜਾ ਸਕਦਾ। ਦੇਖੋ, ਜਿਵੇਂ ਮੰਨ ਲਓ 5 ਨਦੀਆਂ ਚੱਲਦੀਆਂ, 5 ਨਦੀਆਂ ਅਗਰ ਕਿਨਾਰਿਆਂ ਦੇ ਹੇਠਾਂ ਚੱਲਦੀਆਂ ਤਾਂ ਉਹ ਫਾਇਦੇ 'ਚ ਆ। ਉਹ ਜ਼ਿਮੀਂਦਾਰਾਂ ਦੇ ਖੇਤਾਂ ਨੂੰ ਪਾਣੀ ਦਿੰਦੀਆਂ, ਕੋਈ ਨੁਕਸਾਨ ਨਹੀਂ ਉਹਨਾਂ ਦਾ। ਨੁਕਸਾਨ ਕਦੋਂ ਆ? ਜਦੋਂ ਉਹ ਪੰਜੇ ਓਵਰਫਲੋ ਹੋ ਜਾਂਦੀਆਂ, ਜਦੋਂ ਪੰਜੇ ਆਪਣੇ ਕਿਨਾਰੇ ਤੋੜ ਦਿੰਦੀਆਂ, ਉਦੋਂ ਉਹ ਖਤਰਾ ਬਣ ਜਾਂਦੀਆਂ। ਇਸੇ ਤਰ੍ਹਾਂ ਇਹ 5 ਨਦੀਆਂ ਪਰਮਾਤਮਾ ਵਾਹਿਗੁਰੂ ਨੇ 5 ਸ਼ਕਤੀਆਂ ਇਹ ਮਨ ਦੇ ਵਿੱਚ ਪਾਈਆਂ ਹੋਈਆਂ, ਪੰਜੇ ਜ਼ਰੂਰੀ ਕਰਕੇ ਹੀ ਪਾਈਆਂ, ਬਸ ਇਹਨਾਂ ਨੂੰ ਓਵਰਫਲੋ ਨਹੀਂ ਹੋਣ ਦੇਣਾ। ਇਹ ਗੁਰੂ ਬਾਬਾ ਜੀ ਸਮਝਾ ਰਹੇ ਹਨ। ਜਿਵੇਂ ਹੁਣ ਮੰਨ ਲਓ ਕਾਮ ਆ, ਕਾਮ ਨੂੰ ਮਾਰਿਆ ਨਹੀਂ ਜਾ ਸਕਦਾ। ਕਾਮ ਦੇ ਵੀ ਇੱਕ ਤਾਂ ਬੱਚੇ ਪੈਦਾ ਕਰਨ ਦੇ ਅਰਥ ਕੀਤੇ ਆ, ਦੂਜਾ ਕਾਮਨਾਵਾਂ ਵੀ ਅਰਥ ਕੀਤੀਆਂ ਕਈ ਵਿਦਵਾਨਾਂ ਨੇ, ਵੀ ਕਾਮਨਾਵਾਂ ਮਨੁੱਖ ਦੀਆਂ ਵੱਧ ਜਾਂਦੀਆਂ। ਚਲੋ ਕੁਛ ਵੀ ਲਾ ਲਈਏ। ਪਹਿਲੀ ਗੱਲ ਤਾਂ ਇਹ ਹੈ, ਜੇ ਸਾਰੇ ਹੀ ਸਾਧੂ ਬਣ ਜਾਈਏ ਫਿਰ ਦੁਨੀਆ ਕਿਵੇਂ ਚੱਲੂ ਜੇ ਕਾਮ ਨਾ ਹੋਵੇ। ਜੇ ਦੁਨੀਆ ਨੂੰ ਚਲਾਉਣਾ ਤਾਂ ਇਹ ਜ਼ਰੂਰੀ ਆ, ਭਾਵ ਕਿ ਓਵਰ ਜਦੋਂ ਹੋ ਗਿਆ, ਫਿਰ ਜਦੋਂ ਕਿਸੇ ਬੱਚੀ ਦਾ ਬਲਾਤਕਾਰ ਕਰਦਾ ਮਨੁੱਖ, ਉਹ ਖਤਰੇ ਦੇ ਵਿੱਚ ਆ। ਇੱਕ ਜਿਹੜਾ ਹੈ ਜੋ ਸਾਨੂੰ ਸਮਝਾਇਆ, ਇੱਕ ਔਰਤ ਦੇ ਨਾਲ ਜਿਹੜਾ ਉਹ ਜਾਤ-ਸਤ ਆ ਉਹ ਠੀਕ ਆ, ਭਾਵ ਕਿ ਉੱਥੇ ਤੱਕ ਠੀਕ ਆ। ਓਵਰਫਲੋ ਕਾਮ ਇਹ ਮਾੜਾ, ਇਹ ਜਿਹੜਾ ਹੈ ਇਹ ਬੰਦੇ ਨੂੰ ਡੋਬ ਦਿੰਦਾ।
ਕਾਮ ਕ੍ਰੋਧ, ਕ੍ਰੋਧ ਵੀ ਇਸੇ ਤਰ੍ਹਾਂ ਹੀ ਹੈ। ਜੇ ਮਾੜਾ ਮੋਟਾ ਹਰਖ ਨਾ ਹੋਊ ਤਾਂ ਉੱਠ ਹੀ ਨਹੀਂ ਹੁੰਦਾ। ਸਵੇਰ ਵੇਲੇ ਮਨ ਕਹਿੰਦਾ ਨਹੀਂ ਹੋਰ ਪੈ ਜਾ ਬਿੰਦਕ, ਹੋਰ ਪੈ ਜਾ, ਮਾੜਾ ਜਿਹਾ ਗੁੱਸੇ 'ਚ ਆਏ ਤੋਂ ਬਿਨਾਂ ਚੰਗਾ ਕੰਮ ਕੋਈ ਕਰ ਹੀ ਨਹੀਂ ਸਕਦੇ। ਕ੍ਰੋਧ ਚੈਨਲ ਕੀਤਾ, ਸਹੀ ਕੀਤਾ ਤਾਂ ਠੀਕ ਆ। ਜਦੋਂ ਵੱਧ ਗਿਆ, ਕਿਸੇ ਦੇ ਮਾਰਿਆ ਕੁੱਟਿਆ, ਸਰੀਰਕ ਤੌਰ 'ਤੇ ਪੈ ਗਿਆ, ਤੇ ਉਹ ਜਿਹੜਾ ਮਾੜਾ। ਕਾਮ ਕ੍ਰੋਧ ਲੋਭ, ਲੋਭ ਬਿਨਾਂ ਬੱਚੇ ਨਹੀਂ ਪਲਦੇ, ਹਿੰਮਤ ਨਹੀਂ ਹੁੰਦੀ, ਛੱਡ ਕੇ ਬਹਿ ਜੂ ਬੰਦਾ। ਤੇ ਜਦੋਂ ਦੂਜਿਆਂ ਦੇ ਬੱਚਿਆਂ 'ਚੋਂ ਖੋਹ ਕੇ ਆਪਣੇ ਬੱਚੇ ਪਾਲਣੇ ਆ, ਉਹ ਮਾੜਾ। ਕਾਮ ਕ੍ਰੋਧ ਲੋਭ, ਮੋਹ, ਮੋਹ ਬਿਨਾਂ ਵੀ ਜਿਹੜਾ ਹੈ ਸਾਡਾ ਸਰਦਾ ਨਹੀਂ। ਸਾਡਾ ਮਾੜਾ ਮੋਟਾ ਮੋਹ ਹੋਣਾ ਚਾਹੀਦਾ। ਸਾਡਾ ਰਿਸ਼ਤੇ ਨਾਤੇ ਨਹੀਂ ਚੱਲਦੇ। ਸਾਡਾ ਸਰੀਰ ਦੇ ਨਾਲ ਵੀ ਮੋਹ ਹੋਣਾ ਚਾਹੀਦਾ। ਸਰੀਰ ਨੂੰ ਵੀ ਅਸੀਂ ਸਾਂਭ ਕੇ ਰੱਖਣਾ। ਭਾਵ ਜ਼ਿਆਦਾ ਜਿਹੜਾ ਕੇਵਲ ਤੇ ਕੇਵਲ ਸਰੀਰਕ ਤਲ ਤੱਕ ਹੀ ਜਿਉਣਾ, ਉਹ ਬੰਦਾ ਇਕੱਲਾ ਰਹਿ ਜਾਂਦਾ। ਜਿਹੜਾ ਆਪਣੇ ਸਰੀਰ ਤੱਕ ਹੀ ਰੱਖਦਾ, ਆਪਣੇ ਬੱਚਿਆਂ ਦਾ ਵੀ ਨਹੀਂ ਖਿਆਲ ਰੱਖਦਾ, ਉਹ ਕੇਵਲ ਤੇ ਕੇਵਲ ਸਰੀਰਕ ਤਲ ਤੱਕ ਜਿਉਂਦਾ ਹੁੰਦਾ। ਦੂਜਾ ਤਲ ਜਿਉਣਾ ਮਾਨਸਿਕ, ਜਿਹਦੇ ਨਾਲ ਵਿਚਾਰ ਮਿਲਦੇ ਆ, ਉਹ ਚੰਗੇ ਲੱਗਦੇ ਹੁੰਦੇ ਆ, ਦੂਜੇ ਆ ਜਿਹੜੇ ਬੁਰੇ ਲੱਗਦੇ ਆ। ਤੀਜਾ ਤਲ ਆ ਆਤਮਿਕ ਤਲ ਜਿਉਣਾ। ਜਦੋਂ ਸੁਰਤ ਉੱਚੀ ਹੋ ਜਾਂਦੀ ਹੈ, ਫਿਰ ਚੰਗੇ ਮਾੜੇ ਸਾਰਾ ਖੇਲ ਲੱਗਣ ਲੱਗ ਜਾਂਦੇ ਆ। ਉਹ ਪਰਮਾਤਮਾ ਵਾਹਿਗੁਰੂ ਦੇ ਬਣਾਏ ਹੋਏ ਸਾਰੇ ਜੀਵ ਆ। ਇਸ ਤਰ੍ਹਾਂ ਜਦੋਂ ਚੈਨਲ ਹੋ ਜਾਂਦੇ ਆ ਇਹ ਜਿਹੜੇ ਪੰਜੇ ਆ, ਫਿਰ ਇਹ ਫਾਇਦੇ 'ਚ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੰਕਾਰ ਜਿਹੜਾ ਕਰਨਾ, ਹੈਸੀਅਤ ਤੋਂ ਵੱਧ ਜ਼ਿਆਦਾ ਗੱਲ ਕਰਨੀ, ਉਹ ਹਉਮੈ ਆ, ਉਹ ਹੰਕਾਰ ਆ, ਉਹ ਮਾੜਾ। ਪਰ ਸੈਲਫ ਕੌਨਫੀਡੈਂਸ, ਆਤਮਿਕ ਬਲ, ਇਹ ਚਾਹੀਦਾ ਵੀ ਹੈ। ਗੁਰੂ ਪਿਤਾ ਜੀ ਨੇ ਸਮਝਾਇਆ, ਸਭਾ ਲਾਖ ਸੇ ਇੱਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਆਤਮਿਕ ਬਲ ਸੀ, ਕਰਕੇ ਦਿਖਾਇਆ। ਇਹ ਵੀ ਜ਼ਰੂਰੀ ਚਾਹੀਦਾ। ਭਾਵ ਇਹ ਪੰਜੇ ਜੋ ਔਗਣ ਮੰਨੇ ਜਾਂਦੇ ਸੀ ਹੁਣ ਤੱਕ, ਜਿਹੜੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਮਾਰ ਦੋ, ਖਤਮ ਕਰ ਦੋ, ਜਲ ਧਾਰੇ ਕਰੋ, ਐਂ ਕਰੋ, ਗੁਰੂ ਬਾਬਾ ਜੀ ਕਹਿੰਦੇ ਗਿਆਨ ਲੈ ਲਓ। ਗਿਆਨ ਦੇ ਨਾਲ, ਜਿਵੇਂ ਅੱਗ ਆ, ਹੁਣ ਅੱਗ ਦਾ ਗਿਆਨ ਹੈ ਨਹੀਂ, ਸਾਰਾ ਕੁਝ ਮਚਾ ਸਕਦੀ ਹੈ ਓਵਰ ਹੋਈ, ਤੇ ਅੱਗ ਦਾ ਗਿਆਨ ਲੈ ਲਿਆ, ਉਹ ਪ੍ਰਸ਼ਾਦੇ ਪਾਣੀ ਭੋਜਨ ਤਿਆਰ ਕਰਦੀ ਹੈ। ਹਵਾ ਦਾ ਗਿਆਨ ਨਹੀਂ, ਹਵਾ ਜਿਹੜੀ ਆ ਨੁਕਸਾਨ ਕਰਦੀ ਹੈ। ਹਵਾ ਦਾ ਗਿਆਨ ਆ ਟਾਇਰਾਂ 'ਚ ਭਰ ਕੇ ਕਿੰਨੇ ਕਿੰਨੇ ਟਨ ਚੱਕੀ ਫਿਰਦੀ ਹੈ। ਇਹ ਗਿਆਨ ਲੈਣ ਦੀ ਲੋੜ ਆ। ਗੁਰੂ ਬਾਬਾ ਜੀ ਸਮਝਾ ਰਹੇ ਹਨ ਕਿ ਇਹ ਪੰਜੇ ਜ਼ਰੂਰੀ ਵੀ ਆ, ਇਹ ਓਵਰ ਨਾ ਹੋ ਜਾਣ, ਇਸ ਵਾਸਤੇ ਤੈਨੂੰ ਗਿਆਨ ਲੈਣਾ ਵੀ ਜ਼ਰੂਰੀ ਹੈ। ਉਹ ਤੂੰ ਗਿਆਨ ਲਿਆ ਨਹੀਂ, ਗੁਰੂ ਦੇ ਨਾਲ ਜੁੜਿਆ ਨਹੀਂ, ਅਸਲੀ ਸਾਧੂਆਂ ਦੇ ਨਾਲ 35 ਸੀ ਜਿਹੜੇ। ਭਾਵ ਸਿੱਖਾ, ਤੂੰ ਗੁਰਬਾਣੀ ਦੇ ਨਾਲ ਨਹੀਂ ਜੁੜਿਆ, ਤੂੰ ਬਾਹਰਲੇ ਲੋਕਾਂ ਸਾਧੂਆਂ ਦੇ ਨਾਲ ਜੁੜ ਗਿਆ। ਹੁਣ ਤੈਨੂੰ ਕੀ ਪਤਾ ਉਹਨਾਂ ਦਾ ਕਾਮ ਮਰ ਗਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਸੇ ਨੂੰ ਕਿਵੇਂ ਚੈੱਕ ਕਰ ਸਕਦੇ ਆ ਵੀ ਇਹਦੇ 'ਚ ਹੈਗਾ, ਇਹਦੇ 'ਚ ਹੈ ਨਹੀਂ? ਪੰਜਾਂ 'ਚੋਂ ਕੋਈ ਵੀ ਹੋ ਸਕਦਾ। ਭਾਵ ਸਾਨੂੰ ਗੁਰਬਾਣੀ ਲੜ ਲਾਇਆ ਭਾਈ। ਸਾਡੇ ਸਰੀਰ ਦੇ ਅੰਦਰ ਇਹ ਵੱਧ ਜਾਂਦੇ ਆ। ਗਿਆਨ ਤੋਂ ਬਿਨਾਂ, ਆਤਮਿਕ ਗਿਆਨ ਤੋਂ ਬਿਨਾਂ ਟਿਕਦੇ ਨਹੀਂ। ਜਦੋਂ ਗਿਆਨ ਹੋਵੇ ਨਾ, ਫਿਰ ਟਿਕ ਜਾਂਦੇ ਆ। ਮਾੜੇ ਦੇ ਘਰ ਮੂਹਰੇ ਜਾ ਕੇ ਤਾਂ ਲਲਕਾਰਾ ਵੱਜਦਾ, ਮਾੜੇ ਦੀ ਕੁੜੀ ਨੂੰ ਛੇੜਨ ਲੱਗਿਆ ਵੀ ਮਿੰਟ ਲਾਉਂਦਾ। ਤਕੜੇ ਮੂਹਰੇ ਕਿਵੇਂ ਗਿਆਨ ਹੁੰਦਾ? ਉਹ ਵੀ ਸਿੰਘ ਸਿੰਘ ਭੋਰ ਤੂੰ ਪਹਿਣਗੀਆਂ, ਉਦੋਂ ਹੀ ਗਿਆਨ ਕੰਮ ਕਰ ਜਾਂਦਾ, ਉੱਥੇ ਟਿਕ ਕੇ ਲੰਘ ਜਾਂਦਾ ਅਗਲਾ ਚੁੱਪ ਕਰਕੇ। ਛੋਟੀ ਜਿਹੀ ਉਦਾਹਰਨ ਆ। ਸੋ ਗਿਆਨ ਤੋਂ ਬਿਨਾਂ ਸਾਡੀ ਇਹ ਅੰਦਰਲੀ ਜ਼ਿੰਦਗੀ ਹੈ ਜਿਹੜੀ, ਇਹ ਕਾਸੇ ਜੋਗੀ ਨਹੀਂ। ਗਿਆਨ ਲੈਣਾ ਹੀ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ। ਉਹ ਧਰਮ ਤਾਂ ਕਮਾ ਸਕਦੇ ਆ ਜੇ ਗਿਆਨ ਹੋਵੇ। ਇਹ ਪੰਜਾਂ ਦਾ ਵੀ ਸਾਨੂੰ ਗਿਆਨ ਚਾਹੀਦਾ। ਇਹਨਾਂ ਨੂੰ ਓਵਰਫਲੋ ਹੋਣ ਤੋਂ ਬਚਾਉਣਾ, ਇਹਨਾਂ ਨੂੰ ਸਹੀ ਰੱਖਣਾ ਗਿਆਨ ਦੇ ਨਾਲ। ਤੇ ਨਹੀਂ ਤੇਰੇ ਇਹ ਵਧੇ ਹੋਏ ਆ ਭਾਈ, ਜਿਵੇਂ ਇੱਕ ਡਾਕਟਰ ਦੱਸ ਦਿੰਦਾ ਨਾ ਵੀ ਤੇਰੇ ਆਹ ਸੈੱਲ ਵਧੇ ਆ, ਤੇ ਗੁਰਬਾਣੀ ਵੀ ਇਸੇ ਤਰ੍ਹਾਂ ਹੀ ਦੱਸ ਦਿੰਦੀ ਹੈ। ਐਕਸਰੇ ਹੋ ਜਾਂਦਾ ਬੰਦੇ ਦੇ ਅੰਦਰਲਾ ਵੀ ਕੀ ਵਧਿਆ। ਕਾਮ ਕ੍ਰੋਧ ਨਗਰ ਬਹੁ ਭਰਿਆ, ਥੋੜੇ ਨਹੀਂ, ਇਹ ਤਾਂ ਬਹੁਤ ਭਰਿਆ ਪਿਆ ਤੇਰਾ ਨਗਰ, ਤੇਰਾ ਸਰੀਰ। ਹੁਣ ਇਹ ਨਗਰ ਦੇ ਵਿੱਚ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਰਿਆ ਪਿਆ। ਬਾਹਰੋਂ ਜਿੰਨਾ ਮਰਜ਼ੀ ਧਰਮੀ ਬਣੀ ਚੱਲ, ਅੰਦਰੋਂ ਤਾਂ ਇਹ ਭਰਿਆ ਪਿਆ। ਅੰਦਰੋਂ ਅਸਲ ਦੇ ਵਿੱਚ ਇੰਦਰੀਆਂ, ਗਿਆਨ ਇੰਦਰੀਆਂ ਨੇ ਨਗਰ ਆ। ਸਰੀਰ ਜਿਵੇਂ ਨਗਰ ਆ, ਸਰੀਰ ਦੇ ਵਿੱਚ ਜਿਹੜਾ ਇੱਕ ਨਗਰ ਵਾਂਗੂ ਆ, ਜਿਵੇਂ ਇੱਕ ਪਿੰਡ ਆਪਾਂ ਕਹਿ ਲਈਏ। ਇਹਦੇ ਵਿੱਚ ਚੰਗਾ ਪੱਖ ਵੀ ਆ, ਇਹਦੇ ਵਿੱਚ ਮਾੜਾ ਪੱਖ ਵੀ ਆ। ਤੇ ਫਿਰ ਇਹ ਇੰਦਰੀਆਂ, ਗਿਆਨ ਇੰਦਰੀਆਂ ਨੇ ਸਾਰੇ ਨਗਰ ਦੀਆਂ ਨੇ ਕੀਰਤਨ ਕਰਨ ਲੱਗਣਾ, ਪਰਮਾਤਮਾ ਵਾਹਿਗੁਰੂ ਦੀ ਕੀਰਤੀ ਕਰਨ ਲੱਗਣਾ। ਇਹ ਅੰਦਰੀ ਆਤਮਿਕ ਤੌਰ 'ਤੇ ਸਾਰੇ ਨਗਰ ਦੇ ਵਿੱਚ ਕੀਰਤਨ ਹੋਣ ਲੱਗ ਜਾਣਾ, ਪਰਮਾਤਮਾ ਦਾ ਨਾਮ ਜਪਿਆ ਜਾਣ ਲੱਗ ਜਾਣਾ, ਪਰਮਾਤਮਾ ਦੀ ਸਿਫਤ ਸਲਾਹ ਹੋਣੀ ਸ਼ੁਰੂ ਹੋ ਜਾਣੀ ਹੈ। ਇਹ ਜਿਹੜਾ ਹੈ ਬੁਰੇ ਪੰਗਿਆਂ ਦੇ ਨਾਲ, ਜਿਹੜਾ ਔਗਣਾ ਦੇ ਨਾਲ ਭਰਿਆ ਪਿਆ ਭਾਈ। ਆ ਨੁਕਸਾ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ, ਗੁਰੂ ਸਾਧੂ ਦੇ ਨਾਲ ਮਿਲਾਪ ਕਰ, ਸ਼ਬਦ ਦੇ ਨਾਲ ਸੁਰਤ ਨੂੰ ਜੋੜ।
ਤੇ ਕੀ ਹੋਵੇਗਾ ਮਿਲ ਸਾਧੂ ਖੰਡਲ ਖੰਡਾ ਹੈ। ਇਹਨੂੰ ਕੱਟ ਦੇ, ਇਹਨੂੰ ਸਹੀ ਢੰਗ ਦੇ ਨਾਲ ਕਰ ਲਾ ਭਾਈ। ਆਪਣੇ ਜਿਹੜੇ ਇਹ ਵਧਾਈ ਬੈਠਾ, ਇਹ ਹਉਮੈ ਹੰਕਾਰ ਤੋਂ ਸਾਰਾ ਕੁਝ ਸ਼ੁਰੂ ਹੁੰਦਾ। ਇਹ ਸਾਰੀ ਸ਼ੁਰੂਆਤ ਹਉਮੈ ਦੀ ਆ। ਤੇ ਉੱਥੋਂ ਜਿਹੜਾ ਹੈ ਤੂੰ ਆਪਣੇ ਗੁਰੂ ਤੋਂ ਗਿਆਨ ਲੈ ਕੇ ਆਪਣੀ ਹਉਮੈ ਨੂੰ ਕੱਟ ਕੇ ਇਹਨਾਂ ਨੂੰ ਪੰਜਾਂ ਨੂੰ ਆਪਣੇ ਸਹੀ ਕਰ ਭਾਈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਜਿਨ੍ਹਾਂ ਦੇ ਪੂਰਬਲੇ ਕਰਮਾਂ ਦੇ ਵਿੱਚ ਲਿਖਤਾ ਉਹਨਾਂ ਨੂੰ ਆਪਾਂ ਪਹਿਲਾਂ ਸ਼ਬਦੀ ਅਰਥ ਆ, ਫਿਰ ਭਾਵ ਅਰਥ ਹੋਣਗੇ। ਪੂਰਬ ਲਿਖਤ, ਪਹਿਲਾਂ ਪੂਰਬ ਲਿਖਤ ਨੂੰ ਸਮਝੀਏ ਕਿ ਪੂਰਬਲੀ ਕਰਮਾਂ ਦੇ ਲਿਖੇ ਗੁਰ ਪਾਇਆ। ਜਿਨ੍ਹਾਂ ਦੇ ਪੂਰਬਲੇ ਕਰਮ ਲਿਖੇ ਆ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਆ, ਦੂਜਿਆਂ ਨੂੰ ਨਹੀਂ ਹੁੰਦੀ। ਹੁਣ ਇੱਥੇ ਤੱਕ ਸਮਝ ਲੱਗ ਗਈ। ਹੁਣ ਮਨ ਨੇ ਇੱਥੇ ਸਾਡੇ ਨਾਲ ਇੱਕ ਧੋਖਾ ਕਰਨਾ ਕਿ ਮੇਰੇ ਕਰਮਾਂ 'ਚ ਹੀ ਹੈ ਨਹੀਂ, ਮੇਰੇ ਲਿਖੇ ਹੀ ਨਹੀਂ, ਤੇ ਮੈਂ ਜਦੋਂ ਮੇਰਾ ਉਗੜਿਆ, ਜਦੋਂ ਮੇਰਾ ਹੋਇਆ ਲਿਖਿਆ ਹੋਇਆ ਤਾਂ ਮੈਂ ਪਾ ਲੂੰ। ਨਹੀਂ, ਕਰਮਾਂ 'ਚ ਸਾਰਿਆਂ ਦੇ ਲਿਖਿਆ। ਜਿਹਨੂੰ ਵੀ ਜਨਮ ਮਿਲ ਗਿਆ ਉਹਨੂੰ ਗੁਰੂ ਦਾ ਗਿਆਨ ਕੀ, ਹੁਣ ਗੁਰੂ ਗਿਆਨ ਕਿਸੇ ਨਾਲ ਵਿਤਕਰਾ ਕਰਦੇ ਆ, ਕੋਈ ਵੀ ਸੁਣ ਸਕਦਾ ਭਾਈ। ਆਪਣੇ 'ਚੋਂ ਹੀ ਲਾ ਲਈਏ ਕਿ ਕੋਈ ਵੀ ਸੁਣ ਸਕਦਾ। ਗੁਰ ਪਾਇਆ ਪੂਰਬ ਲਿਖਤ, ਫਿਰ ਕੀ ਹੋ ਗਿਆ? ਹੁਣ ਨਾ ਸਾਨੂੰ ਜਨਮਾਂ ਜਨਮਾਂਤਰਾਂ ਦਾ ਪਤਾ ਸਾਨੂੰ ਕੀ ਸੀ। ਪੂਰਬ ਲਿਖਤ ਆ, ਅੱਜ ਤੋਂ ਪਹਿਲਾਂ ਦੀ ਲਿਖਤ ਮੰਨ ਲਓ। ਇਸ ਤਰ੍ਹਾਂ ਸਮਝ ਲਈਏ ਬਈ ਅੱਜ ਤੱਕ ਮੈਂ ਵਿਗੜਿਆ ਹੋਇਆ ਸੀ, ਅੱਜ ਤੋਂ ਸਵਰਨਾ ਸ਼ੁਰੂ ਹੋ ਗਿਆ। ਅੱਜ ਤੋਂ ਮੈਂ ਸਾਰਾ ਕੁਝ ਛੱਡ ਕੇ, ਜੋ ਗੁਰੂ ਬਾਬਾ ਜੀ ਨੇ ਸਮਝਾ ਦਿੱਤਾ ਕਿ ਬਾਹਰਲੀਆਂ ਗੱਲਾਂ ਛੱਡ ਕੇ ਕੇਵਲ ਗੁਰਬਾਣੀ ਲੜ ਲੱਗ ਗਿਆ। ਅੱਜ ਤੋਂ ਸ਼ੁਰੂ ਹੋ ਗਿਆ। ਹੁਣ ਚੁੱਪ ਕਰਕੇ ਸਿਰ ਸਿੱਟ ਕੇ ਲੱਗ ਗਿਆ, ਕੋਈ ਚੰਗਾ ਕਹੇ ਕੋਈ ਮਾੜਾ ਕਹੇ। ਹੁਣ 1 ਸਾਲ ਨੂੰ ਮੇਰਾ ਜੋ ਜੀਵਨ ਬਣੇਗਾ ਉਹ ਮੇਰੇ ਕੀ ਹੋਣਗੇ? ਪੂਰਬਲੇ ਕਰਮ। ਪਹਿਲਾਂ ਪੂਰਬਲੇ ਕਰਮਾਂ 'ਚ 1 ਸਾਲ ਮਿਹਨਤ ਕੀਤੀ, ਉਸ ਤੋਂ ਬਾਅਦ ਵਧੀਆ ਜੀਵਨ। ਹੁਣ ਬੱਚਿਆਂ ਦੇ ਜਿਵੇਂ ਪੂਰਬਲੇ ਕਰਮ, ਬੱਚੇ ਪੜ੍ਹੇ, ਪੜ੍ਹਾਈ ਕੀਤੀ ਉਹਨਾਂ ਨੇ ਪੂਰਬਲੇ ਕਰਮਾਂ ਦੇ ਵਿੱਚ, ਤੇ ਉਹਨਾਂ ਨੂੰ ਜਿਹੜੀ ਨੌਕਰੀ ਮਿਲ ਗਈ। ਇਸ ਤਰ੍ਹਾਂ ਅਸੀਂ ਜੇ ਹੁਣ ਤੱਕ ਅਸੀਂ ਨਹੀਂ ਵੀ ਕੀਤਾ, ਜੋ ਹੁਣ ਤੱਕ ਪਿੱਛੇ ਕੀਤਾ ਉਹ ਅਸੀਂ ਭੁਗਤ ਰਹੇ ਹਾਂ। ਜੇ ਅੱਜ ਤੋਂ ਹੀ ਬੰਦੇ ਬਣ ਜਾਈਏ, ਸਾਡੇ ਪੂਰਬਲੇ ਲਿਖਤ ਕਰਮ ਹੋ ਸਕਦੇ ਆ, ਲਿਖੇ ਜਾ ਸਕਦੇ ਆ। ਸਾਡਾ ਮਨ ਇੱਥੇ ਹੇਰਾ ਫੇਰੀ ਕਰਦਾ, ਸਾਨੂੰ ਭੁਲੇਖਾ ਪਾਉਂਦਾ। ਇਹ ਗੱਲ ਸਮਝਣ ਵਾਲੀ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਜਿਨ੍ਹਾਂ ਨੇ ਪੂਰਬਲੇ ਕਰਮਾਂ ਦੇ ਲਿਖਤ ਦੇ ਮੁਤਾਬਕ ਮਿਹਨਤ ਕੀਤੀ। ਹੁਣ ਗੁਰੂ ਬਾਬਾ ਜੀ ਸਮਝਾ ਰਹੇ ਆ ਕਿ ਭਾਈ ਮੱਥਾ ਟੇਕ ਕੇ ਨਹੀਂ ਮੁੜਨਾ, ਬਾਹਰਲੇ ਕੰਮ ਨਹੀਂ ਕਰਨੇ, ਚੰਗੀ ਤਰ੍ਹਾਂ ਬੈਠ ਕੇ ਸਾਰੇ ਮਟੀਰੀਅਲ ਵੱਢ ਤੋਂ ਪਾਸਾ ਵੱਟ ਕੇ ਆਪਦੀ ਸੁਰਤੀਆਂ ਬਿਰਤੀਆਂ, ਆਪਾਂ ਸ਼ੁਰੂ 'ਚ ਕੀ ਕਹਿੰਦੇ ਆ, ਖਿੰਡੀਆਂ ਹੋਈਆਂ ਬਿਰਤੀਆਂ ਨੂੰ ਉਕਾਗਰ ਕਰਨਾ, ਦੁਨੀਆ ਵਾਲੇ ਪਾਸਿਓਂ ਮੋੜ ਕੇ ਸਿਰਫ ਆਪਣੇ ਵਾਲੇ ਪਾਸੇ ਲੈ ਕੇ ਜਾਣਾ, ਆਪਣੇ ਅੰਦਰ ਨੂੰ ਲੈ ਕੇ ਆਉਣਾ। ਇਹ ਹੈ ਪੂਰਬ ਲਿਖਤ ਮਿਹਨਤ ਕਰਨੀ। ਜੇ ਅੱਜ ਵੀ ਸ਼ੁਰੂ ਕਰ ਦਈਏ, ਹੋ ਸਕਦਾ ਸਾਲ 2 ਸਾਲਾਂ ਨੂੰ ਸਾਡਾ ਚੰਗਾ ਜੀਵਨ ਬਣ ਜਾਵੇ। ਜਿਹੜੇ ਪਿਛਲੇ 10 ਸਾਲਾਂ ਦੇ ਲੱਗੇ ਆ, ਅੱਜ ਉਹ ਚੰਗਾ ਜੀਵਨ ਬਤੀਤ ਕਰਦੇ ਆ ਭਾਈ। ਪੂਰਬ ਲਿਖਤ ਲਿਖੇ ਗੁਰ ਪਾਇਆ, ਜਿਨ੍ਹਾਂ ਨੇ ਗੁਰੂ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਜਿਹੜੇ ਗੁਰੂ ਨਾਲ ਜੁੜ ਗਏ, ਗਿਆਨ ਨਾਲ ਜੁੜ ਗਏ, ਗੁਰਬਾਣੀ ਨਾਲ ਜੁੜ ਗਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਗਏ, ਤੇ ਫਿਰ ਮਨ ਹਰ ਲਿਵ ਮੰਡਲ ਮੰਡਾਹੇ। ਮਨ ਹਰੀ ਦੇ ਨਾਲ ਲੱਗ ਗਿਆ, ਮੰਡਲ ਮੰਡਾਹੇ, ਖੰਡਾਂ ਬ੍ਰਹਮੰਡਾਂ ਦੇ ਮਾਲਕ ਦੇ ਨਾਲ ਗੁਰੂ ਦੇ ਰਾਹੀਂ ਜੁੜ ਕੇ ਅਸੀਂ ਪ੍ਰਮਾਤਮਾ ਤੱਕ ਪਹੁੰਚ ਸਕਦੇ ਹਾਂ। ਦੇਖੋ ਸਾਡੇ ਗੁਰੂਆਂ ਨੂੰ ਧੰਨ ਵਾਹ ਗੁਰੂ ਕਹਿਣਾ ਬਣਦਾ, ਅੰਦਰੋਂ ਨਿਕਲਦਾ ਕਿ ਕਿੱਡਾ ਵੱਡਾ ਗਿਆਨ ਸਾਨੂੰ ਬਖਸ਼ ਕੇ ਰੱਖ ਦਿੱਤਾ। ਨਹੀਂ ਤਾਂ ਗੁਰੂ ਲੱਭਦਾ ਹੀ ਬੰਦਾ ਮਰ ਜਾਂਦਾ, ਪਤਾ ਨਹੀਂ ਲੱਗਦਾ ਕਿ ਕਿਹੜਾ ਕੀ ਆ ਕਿਹੜਾ ਕੀ ਆ। ਆਪਾਂ ਦੁਨੀਆ ਦੇ ਵਿੱਚ ਦੇਖਦੇ ਹੀ ਆ, ਕਿੰਨੀਆਂ ਸੰਗਤਾਂ ਪਿੱਛੇ ਲਾ ਕੇ ਅੱਜ ਕਿਤੇ ਦੀ ਕਿਤੇ ਬੈਠੇ ਆ, ਇੱਕ ਨਹੀਂ ਪਤਾ ਨਹੀਂ ਕਿੰਨੇ ਇਹੋ ਜਿਹੇ ਹੋਰ ਆ। ਸੋ ਸਾਰਾ ਕੁਝ ਛੱਡ ਕੇ ਭਾਈ ਬੇਨਤੀ ਇਹ ਆ, ਖਾਸ ਕਰਕੇ ਸਿੱਖਾਂ ਨੂੰ, ਕਿ ਗੁਰਬਾਣੀ ਲੜ ਲੱਗੀਏ, ਗੁਰੂ ਦੇ ਲੜ ਲੱਗੀਏ ਭਾਈ। ਆ ਗਿਆਨ ਦੀ ਪ੍ਰਾਪਤੀ ਕਰੀਏ। ਲਿਖਤ ਸਾਰਿਆਂ ਦੀ ਲਿਖੀ ਹੋਈ ਆ, ਉਹ ਲਿਖਤ ਦੇ ਉੱਪਰ ਮਾਇਆ ਦਾ ਅਸਰ ਆ। ਮਾਇਆ ਦਾ ਅਸਰ ਵੀ ਖਤਮ ਤਾਂ ਹੋਣਾ ਜੇ ਅਸੀਂ ਇੰਨੀ ਕੁ ਮਿਹਨਤ ਤਾਂ ਅਸੀਂ ਕਰ ਲਈਏ ਨਾ। ਭੋਜਨ ਪਿਆ, ਬਣਾਇਆ ਪਿਆ, ਸਾਰਾ ਕੁਝ ਕੀਤਾ ਪਿਆ। ਹੁਣ ਆਏ ਨਹੀਂ ਨਾ, ਜਿਵੇਂ ਉਹ ਪਾਣੀ ਵਾਲਾ ਕਹਿੰਦਾ ਸੀ, ਆਕੜਿਆ ਹੋਇਆ, ਕਹਿੰਦਾ ਮੇਰੇ ਮੂੰਹ 'ਚ ਪੈ ਜਾਵੇ ਮੈਂ ਨਹੀਂ ਝੁਕਣਾ, ਤਾਂ ਪਿਆਸਾ ਹੀ ਰਹਿ ਗਿਆ ਸੀ, ਝੁਕਣਾ ਪਿਆ। ਇਸੇ ਤਰ੍ਹਾਂ ਸਾਨੂੰ ਮਿਹਨਤ ਕਰਨੀ ਪੈਣੀ ਆ ਗਿਆਨ ਲੈਣ ਵਾਸਤੇ ਭਾਈ। ਗੁਰੂ ਗ੍ਰੰਥ ਸਾਹਿਬ ਜੀ ਨਾਮ ਦੇ ਨਾਲ, ਆਤਮਿਕ ਗਿਆਨ ਦੇ ਨਾਲ
ਭਰੇ ਪਏ ਆ ਤੇ ਇਧਰਲੇ ਪਾਸੇ ਨੂੰ ਅਸੀਂ ਚੱਲਣਾ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਐ ਮੇਰੇ ਮਨਾ। ਇੱਕ ਲਿਵ ਆ ਸਾਡੀ ਸੁਰਤੀ, ਜਾਂ ਮਾਇਆ ਵਾਲੇ ਪਾਸੇ ਲੱਗ ਜਾਵੇ, ਜਾਂ ਪ੍ਰਮਾਤਮਾ ਵਾਲੇ ਪਾਸੇ ਲੱਗ ਜਾਵੇ, ਜਾਂ ਨਿਰੰਕਾਰ ਵਾਲੇ ਪਾਸੇ ਲੱਗ ਜਾਵੇ, ਜਾਂ ਸੰਸਾਰ ਵਾਲੇ ਪਾਸੇ ਲੱਗ ਜਾਵੇ। ਸੰਸਾਰੀ ਬਿਰਤੀ ਨਾਲ ਅਸੀਂ ਜਿਹੜਾ ਹੈ ਹਿਸਾਬ ਕਿਤਾਬ ਦੇ ਵਿੱਚ ਰਹਿੰਦੇ ਆ, ਕੀ ਨਫਾ ਤੇ ਕੀ ਨੁਕਸਾਨ। ਤੇ ਫਿਰ ਜਿਹੜੇ ਭਗਤ ਲੋਕ ਇਧਰਲੇ ਪਾਸੇ ਨੂੰ ਪਹੁੰਚ ਜਾਂਦੇ ਆ, ਉਹ ਫਿਰ ਨਫਾ ਨੁਕਸਾਨ ਨਹੀਂ ਦੇਖਦੇ, ਉਹ ਆਪਣਾ ਵੀ ਤਨ ਮਨ ਧਨ ਸਾਰਾ ਕੁਝ ਹੀ ਇਹ ਜਿਹੜਾ ਸਮਾਜ ਦੇ ਵਾਸਤੇ ਉਹ ਸਮਝਦੇ ਆ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਮਾਜ ਨੂੰ ਸੁੰਦਰ ਸੋਹਣਾ ਬਣਾਉਣ ਦੇ ਵਾਸਤੇ ਉਹ ਯਤਨਸ਼ੀਲ ਹੋ ਜਾਂਦੇ ਆ ਗੁਰਮੁਖ ਪਿਆਰੇ, ਜਿਨ੍ਹਾਂ ਦੀ ਲਿਵ ਪਰਮਾਤਮਾ ਨਾਲ ਲੱਗ ਜਾਂਦੀ ਹੈ। ਭਾਈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਇਸ ਕਰਕੇ ਐ ਮੇਰੇ ਮਨਾ ਗੁਰੂ ਸਾਧੂ ਅੱਗੇ ਨਮਸਕਾਰ ਕਰ, ਬੁੱਕ ਕਰ, ਲੈ ਗਿਆਨ ਪੀ ਇਹ ਆਤਮਿਕ ਗਿਆਨ। ਕਰ ਡੰਡੌਤ ਪੁੰਨ ਵੱਡਾ ਹੈ। ਗੁਰੂ ਦੇ ਅੱਗੇ ਆਪਣੀ ਹਉਮੈ ਹੰਕਾਰ, ਆਪਣਾ ਗਿਆਨ ਧਿਆਨ ਸਾਰਾ ਸੁਣੀਆਂ ਸੁਣਾਈਆਂ ਗੱਲਾਂ ਛੱਡ ਕੇ ਡੰਡੇ ਵਾਂਗੂ ਸਿੱਧਾ ਹੋ ਕੇ ਮੂਹਰੇ ਲੰਮਾ ਪੈ ਜਾ ਰਹਾ ਹੋ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਹੁਣ ਇੱਥੇ ਤੱਕ ਸਮਝਾ ਦਿੱਤਾ ਸਾਨੂੰ ਕਿ ਗਿਆਨ ਲੈਣਾ ਬਹੁਤ ਜ਼ਰੂਰੀ ਹੈ, ਪਰ ਕੁਝ ਲੋਕ ਲੈਂਦੇ ਆ, ਕੁਝ ਨਹੀਂ ਲੈਂਦੇ। ਇਹਦਾ ਕਾਰਨ ਕੀ ਹੈ? ਜਾਂ ਮੇਰੇ ਮਨ ਦੀਆਂ ਹੀ ਦੋ ਬਿਰਤੀਆਂ, ਸਾਕਤ ਹਰ ਰਸ ਸਾਧ ਨਾ ਜਾਣਿਆ। ਜਿਹੜੇ ਸਾਕਤ ਲੋਕ ਆ, ਸਖਤ ਮਨ ਦੇ ਲੋਕ ਆ, ਮਾਇਆ ਦੇ ਵਿੱਚ ਜਿਹੜੇ ਫਸੇ ਹੋਏ ਆ, ਤੇ ਜਾਂ ਜਿਹੜੇ ਸਾਕਤ ਆਪਾਂ ਸੌਖਾ ਕਰਨਾ ਹੋਵੇ ਤਾਂ ਜਿਹੜੇ ਸ਼ਕਤੀਆਂ ਵਿੱਚ ਫਸੇ ਹੋਏ ਆ। ਗੁਰੂ ਬਾਬਾ ਜੀ ਤਾਂ ਸਮਝਾ ਰਹੇ ਆ ਕਿ ਆਪਣੇ ਆਪ ਨੂੰ ਗਿਆਨ ਲੈ ਕੇ ਤੇ ਆਪਣੇ ਆਪ ਨੂੰ ਸਵਾਰ। ਤੇ ਇੱਕ ਕਹਿੰਦਾ ਵੀ ਆਈ ਹੱਥ ਕਰੇ ਤੋਂ ਆਈ ਸਬਰ ਜੂਗਾ। ਬਸ ਉਹ ਸ਼ਕਤੀਆਂ ਦੇ ਵਿੱਚ ਫਸੇ ਆ ਨਾ, ਵੀ ਮੈਨੂੰ ਆਈ ਖਨੀ ਆਈ, ਮੈਨੂੰ ਕੁਛ ਵੀ ਨਾ ਗੁਰਬਾਣੀ ਪੜ੍ਹਨ ਦੀ ਲੋੜ ਆ, ਨਾ ਮੈਨੂੰ ਇੱਧਰਲੇ ਪਾਸੇ ਚੱਲਣ ਦੀ ਲੋੜ ਆ, ਨਾ ਸਿੱਖਣ ਦੀ ਲੋੜ ਆ। ਸਾਡੇ ਤਾਂ ਬਾਬਾ ਜੀ ਆਪਦੇ ਵਾਲੀ ਭਗਤੀ 'ਚੋਂ ਸਾਨੂੰ ਐਂ ਹੱਥ ਕਰਕੇ ਦੇ ਦੇਣਗੇ। ਉਹ ਆ ਸਾਕਤ ਲੋਕ, ਉਹ ਉੱਥੇ ਹੀ ਰਹਿ ਜਾਂਦੇ ਆ, ਹੇਠਾਂ ਹੀ ਰਹਿ ਜਾਂਦੇ ਆ, ਬਾਬਾ ਜੀ ਤੱਕ ਰਹਿ ਜਾਂਦੇ ਆ, ਉਹ ਨਿਰੰਕਾਰ ਤੱਕ ਨਹੀਂ ਪਹੁੰਚਦੇ, ਆਕਾਰ ਤੱਕ ਰਹਿ ਜਾਂਦੇ ਆ। ਸਿਰਫ ਸਤਿਕਾਰਯੋਗ ਆ ਉਹ ਬਾਬਾ ਜੀ ਜਿਹੜੇ ਆਪਣੇ ਚੇਲਿਆਂ ਨੂੰ ਸੰਗਤ ਨੂੰ ਕਹਿੰਦੇ ਆ, ਭਾਈ ਇੱਥੇ ਤੱਕ ਰੁਕਣਾ ਨਹੀਂ, ਮੇਰੇ ਤੱਕ ਨਹੀਂ ਹੈ, ਮੈਂ ਤਾਂ ਅੱਜ ਹਾਂ ਕੱਲ੍ਹ ਨੂੰ ਨਹੀਂ ਹੋਵਾਂਗਾ। ਤੁਸੀਂ ਉਹ ਪ੍ਰਮਾਤਮਾ ਨਾਲ ਜੁੜੋ, ਸਦਾ ਦਾ ਜੋ ਸਦਾ ਵਾਸਤੇ ਹੈ। ਤੇ ਜਿਹੜੇ ਸ਼ਕਤੀਆਂ 'ਚ ਫਸ ਜਾਂਦੇ ਆ, ਜਿਹੜੇ ਇੱਧਰਲੇ ਪਾਸੇ ਨੂੰ ਸਾਕਤ ਮਨ ਬਣ ਜਾਂਦੇ ਆ, ਉਹ ਹਰ ਰਸ ਇੱਧਰਲਾ ਸਵਾਦ ਨਹੀਂ ਜਾਣ ਸਕਦੇ। ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਿਓ, ਇੱਥੇ ਆ ਕੇ ਦੋ ਰਾਹ ਬਣ ਜਾਂਦੇ ਆ, ਮਨਮੁਖ ਦੇ ਤੇ ਗੁਰਮੁਖ ਦੇ। ਹੁਣ ਮਨਮੁਖ ਨੂੰ ਇੱਕ ਵਾਰੀ ਬੇਨਤੀ ਤਾਂ ਆਪਣੇ ਭੈਣਾਂ ਭਰਾਵਾਂ ਨੂੰ ਕਰ ਸਕਦੇ ਆ, ਆਪਾਂ ਹੱਥ ਜੋੜ ਸਕਦੇ ਆ। ਹੁਣ ਇੱਕ ਬੰਦੇ ਨੂੰ ਸਲਫਾਸ ਪੀ ਰਿਹਾ, ਉਹਨੂੰ ਜੇ ਹੱਥ ਜੋੜ ਕੇ ਕਹਿ ਦਈਏ ਵੀ ਨਾ ਪੀ, ਤੇਰੀ ਮੌਤ ਹੋ ਜੂ, ਜੇ ਉਹ ਕਹੂਗਾ ਮੈਂ ਤੇਰੇ ਥੱਪੜ ਮਾਰੂੰ, ਤੂੰ ਮੈਨੂੰ ਰੋਕ ਕੇ ਦਿਖਾ, ਓਏ ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ? ਫਿਰ ਕੀ ਕਰਾਂਗੇ? ਫਿਰ ਤਾਂ ਪਾਸਾ ਵੱਟਣਾ ਹੀ ਪਊ, ਥੱਪੜ ਤਾਂ ਨਹੀਂ ਖਾਣੇ। ਇਸ ਕਰਕੇ ਭਾਈ ਬੇਨਤੀ ਤਾਂ ਕੀਤੀ ਜਾ ਸਕਦੀ ਹੈ। ਤਾਂ ਹੀ ਮੈਂ ਬਾਰ-ਬਾਰ ਕਹਿੰਦਾ, ਗਿਆਨ ਦਿੱਤਾ ਨਹੀਂ ਜਾ ਸਕਦਾ, ਗਿਆਨ ਲਿਆ ਜਾ ਸਕਦਾ। ਸਾਕਤਾਂ ਨੇ ਨਹੀਂ ਮੰਨਣਾ, ਉਹ ਸ਼ਕਤੀ ਵਾਲੇ ਪਾਸੇ ਫਸ ਚੁੱਕੇ ਆ। ਹਾਂ ਨਿਕਲ ਸਕਦੇ ਆ ਅਗਰ ਗੁਰੂ ਦੀ ਗੱਲ ਮੰਨ ਲੈਣ, ਪਰ ਉਹ ਪ੍ਰਭਾਵ ਜਿਹੜਾ ਮਾਇਆ ਦਾ ਪਿਆ ਹੋਇਆ, ਜਿਹੜੀ ਮਾਇਆਵਾਦੀ ਸੋਚ ਬਣੀ ਹੋਈ ਆ ਨਾ, ਉਹ ਸਾਕਤਾਂ ਨੂੰ ਨਿਕਲਣ ਨਹੀਂ ਦਿੰਦੀ। ਆਈ ਕਰਮ ਬਣਦੇ ਆ ਨਾ, ਪਹਿਲਾਂ ਸੰਗਤ ਕਰਦਾ ਮਨੁੱਖ, ਸੰਗਤ ਕਰਦੇ ਕਰਦੇ ਦੀਆਂ ਫਿਰ ਆਦਤਾਂ ਬਣ ਜਾਂਦੀਆਂ, ਫਿਰ ਹੌਲੀ ਹੌਲੀ ਸੁਭਾਅ ਬਣ ਜਾਂਦਾ, ਫਿਰ ਉਹ ਪੱਕ ਜਾਂਦੀਆਂ, ਬਾਰੇ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਜੀ। ਉਹ ਫਿਰ ਗੁਰਬਾਣੀ ਵਾਲੇ ਪਾਸੇ ਧਿਆਨ ਨਹੀਂ ਦਿੰਦੇ, ਜਿਹੜੇ ਸ਼ਕਤੀਆਂ ਵਾਲੇ ਪਾਸੇ ਫਸ ਗਏ। ਕਿਉਂਕਿ ਗੁਰਬਾਣੀ ਹੈ ਜਿਹੜੀ ਉਹ ਸ਼ਕਤੀਆਂ ਤੋਂ ਪਰੇ ਕਰਦੀ ਹੈ। ਸ਼ਕਤੀਆਂ ਵਾਲੇ ਆ ਉਹਨਾਂ ਨੂੰ ਨਕਲੀ ਦੱਸਦੀ ਹੈ ਗੁਰਬਾਣੀ, ਅਸਲੀ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜਦੀ ਹੈ, ਤੈਨੂੰ ਸਬਰਨ ਦੀਆਂ ਗੱਲਾਂ ਕਰਦੀ ਹੈ। ਕਿਉਂਕਿ ਜਿਹੜਾ ਸਾਨੂੰ ਸਮਝਾਉਂਦਾ, ਅਸੀਂ ਅਸਲ ਕਾਰਨ ਗੁਰਮੁਖ ਪਿਆਰਿਓ ਕੀ ਹੈ? ਅਸਲ ਕਾਰਨ ਆ ਕਿ ਮਾਇਆ, ਅੱਗੇ ਆਵੇਗਾ ਸ਼ਬਦ, ਵੈਸੇ ਥੋੜ੍ਹਾ ਜਿਹਾ ਮੇਰੇ ਦਿਮਾਗ 'ਚ ਆ ਗਈ, ਪਹਿਲਾਂ ਵਿਚਾਰ ਕਰਨ ਲੱਗ ਗਿਆ। ਅਸਲ ਗੱਲ ਆ ਮਾਇਆ ਦੀ ਨੀਂਦ ਦੇ ਵਿੱਚ ਸਾਡਾ ਮਨ ਸੁੱਤਾ ਪਿਆ। ਹੁਣ ਸੁੱਤੇ ਪਏ ਬੱਚੇ ਨੂੰ ਬਾਹਰੋਂ ਕੋਈ ਵੀ ਮਾਂ ਜਗਾਵੇਗੀ, ਉਹ ਕੇਰਾਂ ਲੱਤਾਂ ਛੜਾਂ ਜੀਆਂ ਤਾਂ ਮਾਰੂਗਾ ਹੀ। ਹੁਣ ਕੋਈ ਵੀ ਗੁਰਮੁਖ ਪਿਆਰਾ ਸੁੱਤੇ ਹੋਏ ਮਨਾਂ ਨੂੰ, ਮਨਾਂ ਵਾਲੇ ਬੰਦਿਆਂ ਨੂੰ ਜੇ ਸਮਝਾਵੇਗਾ,
ਬਈ ਗੁਰਬਾਣੀ ਐਂ ਕਹਿੰਦੀ ਆ, ਗੁਰਬਾਣੀ ਆ, ਕੇਰਾਂ ਤਾਂ ਲੱਤਾਂ ਛੜਾਂ ਵੱਜਣਗੀਆਂ ਭਾਈ। ਬਾਅਦ ਦੇ ਵਿੱਚ ਬੇਸ਼ੱਕ ਪਤਾ ਲੱਗ ਜੇ, ਉਦੋਂ ਬਾਅਦ ਫਿਰ ਸਾਡੀ ਹਉਮੈ ਨਹੀਂ ਲੋਟ ਆਉਣ ਦਿੰਦੀ, ਮੈਂ ਕਿਉਂ ਝੁਕਾਂ, ਮੈਂ ਕਿਉਂ ਐਂ ਹੋਵਾਂ। ਗਲਤੀ ਹਰ ਮਨੁੱਖ ਤੋਂ ਹੋ ਜਾਂਦੀ ਹੈ, ਗਲਤੀ ਹੋਣੀ ਮਨੁੱਖ ਵਾਸਤੇ ਸੁਭਾਵਿਕ ਆ। ਹਰ ਮਨੁੱਖ ਗਲਤੀ ਦਾ ਪੁਤਲਾ ਕਿਤੋਂ ਨਹੀਂ ਹੁੰਦੀ। ਗਲਤੀ ਕਰਕੇ ਨਾ ਮੰਨਣਾ ਵੱਡੀ ਗਲਤੀ ਆ। ਗਲਤੀ ਕਰਕੇ ਮੰਨ ਜਾਣਾ ਕਿ ਅੱਜ ਤੱਕ ਮੇਰੀ ਗਲਤੀ ਸੀ, ਮੈਂ ਨਹੀਂ ਗੁਰਬਾਣੀ ਨਾਲ ਜੁੜਿਆ, ਹੁਣ ਜੁੜ ਜਾਣਾ, ਜੋ ਹੁਣ ਗੁਰਬਾਣੀ ਸਮਝਾ ਰਹੀ ਆ ਹੁਣ ਮੰਨ ਲੈਣਾ। ਪਰ ਹਉਮੈ ਨਹੀਂ ਮੰਨਣ ਦਿੰਦੀ। ਮਹਾਰਾਜ ਇਹ ਸਮਝਾ ਰਹੇ ਹਨ, ਸਾਕਤ ਹਰ ਰਸ ਸਾਧ ਨਾ ਜਾਣਿਆ। ਨੁਕਸਾਨ ਕੀ ਹੁੰਦਾ ਸਾਕਤਾਂ ਦਾ? ਜਿਹੜੇ ਸ਼ਕਤੀਆਂ ਦੇ ਵਿੱਚ ਫਸੇ ਆ, ਦੇਖੋ ਉਹ ਛੋਟੇ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਕਾਰਟੂਨਾਂ ਰਾਹੀਂ ਐਂ ਉਡਾ ਕੇ ਉੱਡ ਕੇ ਇੱਧਰ ਨੂੰ ਚਲੇ ਗਏ। ਜਦੋਂ ਸਿਆਣਾ ਹੋ ਜਾਂਦਾ ਉਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਯਾਰ ਅਸਲੀਅਤ ਕੀ ਹੈ, ਮੈਨੂੰ ਖੁਦ ਕੁਛ ਨਾ ਕੁਛ ਕਰਨਾ ਪਵੇਗਾ, ਮੈਨੂੰ ਆਪ ਦਾ ਸਵਾਰਨ ਵਾਸਤੇ ਆਪ ਮਿਹਨਤ ਕਰਨੀ ਪਵੇਗੀ। ਫਿਰ ਮਨੁੱਖ ਸਮਝ ਜਾਂਦਾ ਅਸੀਂ ਇਹਦਾ ਮਤਲਬ ਜਿਹੜੇ ਸ਼ਕਤੀਆਂ 'ਚ ਫਸੇ ਆ ਹਲੇ ਬੱਚਿਆਂ ਦੀ ਨਿਆਈ ਆ ਸਾਡੇ ਮਨ। ਸਾਕਤ ਨੁਕਸਾਨ ਕੀ ਹੁੰਦਾ? ਸਾਕਤ ਹਰ ਰਸ ਸਾਧ ਨਾ ਜਾਣਿਆ। ਭਾਈ ਇਹ ਜੀਵਨ ਦੀ ਪਦਵੀ ਤਾਂ ਪ੍ਰਾਪਤ ਹੋ ਗਈ, ਜੀਵਨ ਇੱਕ ਵਾਰੀ ਪ੍ਰਾਪਤ ਹੋਣਾ, ਬਾਰ-ਬਾਰ ਜੀਵਨ ਪ੍ਰਾਪਤ ਨਹੀਂ ਹੋਣਾ। ਇਹ ਜੀਵਨ ਨੂੰ ਸਹੀ ਬਣਾਈਏ, ਗਾਹਾਂ ਵਾਲਾ ਤਾਂ ਬਾਅਦ 'ਚ ਆਪਣੇ ਆਪ ਹੀ ਬਣ ਜਾਣਾ। ਜੇ ਭਵਿੱਖ ਸਵਾਰਨਾ ਚਾਹੁੰਦੇ ਆ, ਜੇ ਆਪਣੀ ਮੌਤ ਤੋਂ ਬਾਅਦ ਜਨਮ ਮਰਨ ਤੋਂ ਬਚਣਾ ਚਾਹੁੰਦੇ ਆ, ਜੇ ਗੁਰੂ ਦੀ ਗੋਦ ਚਾਹੁੰਦੇ ਆ, ਜੇ ਨਿਰੰਕਾਰ ਪ੍ਰਮਾਤਮਾ ਨਾਲ ਜੁੜਨਾ ਚਾਹੁੰਦੇ ਆ, ਤਾਂ ਸਾਨੂੰ ਅੱਜ ਸਬਰਨਾ ਪਵੇਗਾ। ਲੋਕ ਸੁਖੀਏ ਪਰਲੋਕ ਸਹੇਲੇ ਬਣਾਉਣਾ ਪਵੇਗਾ। ਤੇ ਸਬਰਨ ਦਾ ਕੰਮ ਆ ਸਾਡਾ ਆਪ ਦਾ, ਖੁਦ ਨੂੰ ਸਾਨੂੰ ਮਿਹਨਤ ਕਰਨੀ ਪਵੇਗੀ, ਨਹੀਂ ਅਸੀਂ ਰਹਿ ਜਾਾਂਗੇ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਕਿਉਂ ਨਹੀਂ ਜੀ ਸਵਾਦ ਜਾਣਿਆ? ਐਡੀ ਵੱਡੀ ਬਾਣੀ ਇੰਨੇ ਤੁਸੀਂ ਢੰਗ ਨਾਲ ਸਮਝਾਉਂਦੇ ਹੋ, ਇੰਨੇ ਸੌਖੇ ਢੰਗ ਨਾਲ ਸਮਝਾਉਂਦੇ ਹੋ, ਫਿਰ ਕਿਉਂ ਗੱਲ ਕੀ ਬਣ ਗਈ? ਮਹਾਰਾਜ ਕਹਿੰਦੇ ਨਾ, ਤਿਨ ਅੰਤਰ ਹਉਮੈ ਕੰਡਾ ਹੈ। ਭਾਈ ਗੁਰਮੁਖ ਪਿਆਰਿਓ, ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਵੜ ਜਾਂਦਾ, ਚੁੱਭ ਜਾਂਦਾ। ਹੁਣ ਕੰਡਾ ਨੁਕਸਾਨ ਕੀ ਕਰਦਾ? ਮੰਨ ਲਓ ਪੈਰ 'ਚ ਵੱਜਿਆ ਹੋਇਆ ਕੰਡਾ, ਅੱਵਲ ਤਾਂ ਦਰਦ ਹੋ ਹੀ ਜਾਣਾ ਲਗਾਤਾਰ, ਤੇ ਚੀਸ ਵੀ ਦਿਲ ਨੂੰ ਪੈਣੀ ਹੈ, ਬੰਦਾ ਖੁਸ਼ ਨਹੀਂ ਹੋ ਸਕਦਾ। ਜਿਹਦੇ ਅੰਦਰ ਹਉਮੈ ਦਾ ਕੰਡਾ, ਉਹ ਆਤਮਿਕ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ, ਆਨੰਦ ਤੱਕ ਨਹੀਂ ਪਹੁੰਚ ਸਕਦਾ। ਦੂਜਾ ਕੰਡਾ, ਦੂਜਾ ਮੰਨ ਲਓ ਚਲੋ ਜੇ ਉਹ ਪੈਰ ਚੱਕ ਕੇ ਕਿਸੇ ਬੈੱਡ ਤੇ ਮੰਜੇ ਤੇ ਬਹਿ ਵੀ ਗਿਆ, ਮੰਨ ਲਓ ਦਰਦ ਥੋੜ੍ਹਾ ਬਹੁਤਾ ਨਾ ਵੀ ਹੋਇਆ, ਪਰ ਜਿੰਨਾ ਚਿਰ ਬੈਠਾ ਰਹੂ ਉਨਾ ਚਿਰ ਠੀਕ ਰਹੂ। ਜਦੋਂ ਹੀ ਉੱਠ ਕੇ ਚੱਲਣ ਦੀ ਕੋਸ਼ਿਸ਼ ਕਰੂ, ਜਦੋਂ ਹੀ ਉਹ ਕੰਡਾ ਪੈਰ ਦਰਦ ਕਰੂ। ਇਸੇ ਤਰ੍ਹਾਂ ਸੁਰਤ 'ਚ ਜਦੋਂ ਕੰਡਾ ਵੜ ਗਿਆ, ਜਦੋਂ ਸਾਡੇ ਅੰਦਰ ਕੰਡਾ ਵੜ ਗਿਆ, ਅੰਤਰਾਤਮੇ ਦੇ ਵਿੱਚ, ਅਸੀਂ ਬੈਠ ਤਾਂ ਸਕਦੇ ਹਾਂ ਹਉਮੈ ਦੇ ਕੰਡੇ ਨਾਲ, ਪਰ ਪ੍ਰਮਾਤਮਾ ਵਾਲੇ ਪਾਸੇ ਨੂੰ ਚੱਲ ਨਹੀਂ ਸਕਦੇ। ਕੰਡਾ ਕੱਢਣਾ ਪਊਗਾ। ਜਿਉਂ-ਜਿਉਂ ਚੱਲਹਿ ਚੁਭੈ ਦੁੱਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੈ। ਜਿਉਂ-ਜਿਉਂ ਉਹ ਮਨੁੱਖ ਚੱਲਦਾ ਤੁਰਦਾ, ਚੱਲਣ ਦੀ ਕੋਸ਼ਿਸ਼ ਕਰਦਾ, ਦੁੱਖ ਪਾਉਂਦਾ, ਜਮ ਕਾਲ ਸਹਿ ਸਿਰ ਡੰਡਾ ਹੈ। ਜਮ ਕਾਲ ਦੀ ਸਿਰ ਤੇ ਡੰਡੇ ਵੱਜਦੇ ਰਹਿੰਦੇ ਆ। ਆਤਮਿਕ ਮੌਤੇ ਉਹ ਬੰਦਾ ਮਰਦਾ ਰਹਿੰਦਾ, ਤੇ ਉਹਦਾ ਅੰਦਰ ਹੀ ਜਨਮ ਮਰਨ ਹੋਇਆ ਰਹਿੰਦਾ। ਕਬੂ ਜੀੜਾ ਊਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਜਨਮ ਮਰਨ ਅੰਦਰ ਹੀ ਹੋ ਰਿਹਾ, ਕਦੇ ਕੁਝ ਬਣ ਗਿਆ, ਕਦੇ ਕੁਝ ਬਣ ਗਿਆ, ਕਦੇ ਤਾਂ ਦਾਤਾ ਬਣ ਗਿਆ ਤਾਂ ਚੜ ਗਿਆ। ਕਬੂ ਜੀੜਾ ਊਬ ਚੜਤਾ ਹੈ, ਤੇ ਕਦੇ ਕਦੇ ਉਹੀ ਬੰਦਾ ਜਮਾਂ ਹੀ ਥੱਲੇ। ਕਦੇ ਕਦੇ ਆਪਾਂ ਦੇਖਦੇ ਹਾਂ ਬੰਦਾ ਲੱਖਾਂ ਰੁਪਈਆਂ ਤੇ ਬੇਈਮਾਨ ਨਹੀਂ ਹੁੰਦਾ, ਤੇ ਉਹੀ ਬੰਦਾ ਕਦੇ ਕਦੇ 10 ਰੁਪਈਆਂ ਤੇ ਵੀ ਬੇਈਮਾਨ ਹੁੰਦਾ ਦੇਖਿਆ। ਕਿਉਂ ਹੋ ਰਿਹਾ ਇਹ ਸਾਰਾ ਕੁਝ? ਅੰਦਰ ਇੱਕ ਰਸ ਨਹੀਂ ਹੋਇਆ। ਕਦੇ ਚੰਗਾ ਪਣ ਆ ਗਿਆ, ਦਾਨੀ ਬਣ ਗਿਆ, ਦਾਤਾ ਬਣ ਗਿਆ, ਖੁੱਲ੍ਹ ਬਹਾਰਾਂ ਜੀ, ਠੀਕ ਆ। ਕਦੇ ਮਾੜਾ ਪਣ ਆ ਗਿਆ ਤਾਂ ਖਿੱਚ ਲਿਆ ਸਾਰਾ ਕੁਝ ਜੀ, ਭੱਖ ਸਭ ਖਾਏ, ਸਾਰਾ ਕੁਝ ਜੀ ਬਰਾਬਰ ਨਹੀਂ ਹੁੰਦਾ। ਕਿਉਂਕਿ ਇਹ ਜਿਹੜਾ ਹੈ ਅੰਦਰ ਜਨਮ ਮਰਨ ਹੋ ਰਿਹਾ ਲੋਭ ਦੇ ਕਾਰਨ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਇਹ ਤਾਂ ਹੈ ਸਾਕਤਾਂ ਦੀ ਗੱਲ ਜੋ ਸਮਝਾ ਦਿੱਤੀ, ਜਿਹੜੇ ਗੁਰਬਾਣੀ ਨਾਲ ਨਾ ਜੁੜੇ, ਆਪਾਂ ਐਂ ਕਹਿ ਸਕਦੇ ਹਾਂ। ਕਿਉਂਕਿ ਗੁਰਬਾਣੀ ਹਉਮੈ ਹੀ ਤੋੜਦੀ ਹੈ, ਤੇ ਸਾਕਤਾਂ ਨੂੰ ਹਉਮੈ ਹੁੰਦੀ ਹੈ। ਤੇ ਹੁਣ ਦੂਜੇ ਪਾਸੇ ਗੱਲ ਆਵੇਗੀ ਜਿਨ੍ਹਾਂ ਦੀ ਹਉਮੈ ਟੁੱਟ ਜਾਂਦੀ ਹੈ, ਜਿਹੜੇ ਅੰਜਲੀ ਕਰਦੇ ਆ, ਜਿਹੜੇ ਗੁਰੂ ਨਾਲ ਜੁੜ ਜਾਂਦੇ ਆ। ਜਾਂ ਮੇਰੇ ਮਨਾ ਜੇ ਨਾ ਜੁੜੇਗਾ
ਤਾਂ ਤੇਰੀ ਆ ਹਾਲਤ ਹੋ ਜੂ। ਸਾਕਤ ਹਰ ਰਾ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲਹਿ ਚੁਬੈ ਦੁੱਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਹੁਣ ਇੱਕ ਤਾਂ ਇਹ ਹਾਲਤ ਬਣ ਜਾਂਦੀ ਆ ਟੁੱਟਿਆਂ ਹੋਇਆਂ ਦੀ, ਤੇ ਜਿਹੜੇ ਜੁੜ ਜਾਂਦੇ ਆ ਉਹਨਾਂ ਦੀ ਹਾਲਤ ਕੀ ਹੈ? ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਜਿਹੜੇ ਹਰੀ ਦੇ ਜਨ ਬਣ ਜਾਂਦੇ ਆ, ਉਹ ਪਹਿਲੇ ਤਾਂ ਜਨ ਬਣਨਾ, ਦਾਸ ਬਣਨਾ, ਹਉਮੈ ਨਿਕਲਣੀ। ਪਹਿਲੇ ਤਾਂ ਹਉਮੈ ਨਿਕਲਣੀ ਆ ਨਾ ਸ਼ਬਦ ਸੁਣ ਕੇ। ਤੇ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਦੇ ਸ਼ਬਦ ਦੀ ਕਮਾਈ ਨਾਲ ਹਉਮੈ ਨਿਕਲਣੀ ਹੈ। ਮੈਂ ਤੋਂ ਤੂੰ ਫੇਰ ਹੋਣਾ। ਹਰ ਜਨ ਹਰ ਹਰ ਨਾਮ ਸਮਾਣੇ, ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਆ ਉਹਨਾਂ ਨੂੰ ਗੁਰੂ ਦੇ ਰਾਹੀਂ ਸਾਰੇ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ, ਵੱਡੇ ਪ੍ਰਮਾਤਮਾ ਦੇ ਦਰਸ਼ਨ ਕਰ ਲੈਂਦੇ ਆ। ਉਹਨਾਂ ਦੀ ਮੈਂ ਟੁੱਟ ਜਾਂਦੀ ਆ, ਉਹ ਮੈਂ ਤੋਂ ਤੂੰ ਹੋ ਜਾਂਦੇ ਆ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ ਵਾਲੀ ਅਵਸਥਾ ਦੇ ਵਿੱਚ ਉਹ ਪਹੁੰਚ ਜਾਂਦੇ ਆ। ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਨਾਮ ਦੇ ਵਿੱਚ ਸਮਾ ਗਏ ਜਿਉਂਦੇ ਹੀ। ਹਰ 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 ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਉਹ ਆਪਦੇ ਦੁੱਖ ਜਨਮ ਮਰਨ ਦਾ ਸਭ ਤੋਂ ਵੱਡਾ ਦੁੱਖ ਆ ਕਿ ਮੈਂ ਜਨਮ ਮਰਨ ਤੋਂ ਬਚ ਜਾਵਾਂ। ਇਹ ਭਾਵ ਡਰ, ਇਹਦੇ ਨਾਲ ਹੋਰ ਡਰ ਪੈਦਾ ਹੋ ਜਾਂਦੇ ਆ। ਜਨਮ ਮਰਨ ਤੋਂ ਬਚਣ ਦੀ ਖਾਤਰ ਹੀ ਬੰਦਾ ਹੋਰ ਕਰਮਕਾਂਡ ਲੱਖਾਂ ਹੀ ਕਰਦਾ, ਤੇ ਜਦੋਂ ਬੰਦੇ ਨੂੰ ਪਤਾ ਲੱਗ ਗਿਆ ਕਿ ਮੇਰਾ ਕੱਟਿਆ ਗਿਆ, ਤੇ ਲੱਖਾਂ ਹੀ ਕਰਮਕਾਂਡ ਸਮਝ ਲਓ ਕੱਟੇ ਗਏ। ਜਨਮ ਮਰਨ ਭਵ ਖੰਡਾ ਹੈ। ਜਿਹੜੇ ਗੁਰੂ ਨਾਲ ਜੁੜ ਗਏ, ਪਰਮਾਤਮਾ ਦੇ ਨਾਮ ਦੇ ਵਿੱਚ ਸਮਾ ਗਏ, ਉਹਨਾਂ ਦਾ ਅੰਦਰਲਾ ਜਨਮ ਮਰਨ ਮੁੱਕ ਗਿਆ, ਤਾਂ ਠਾਂ ਹੋਣੋਂ ਹਟ ਗਿਆ, ਮਨ ਇੱਕ ਰਸ ਬਣ ਗਿਆ। ਜਨਮ ਮਰਨ ਦਾ ਭਵ ਜਦੋਂ ਹੁਣ ਹੀ ਕੱਟਿਆ ਗਿਆ ਉਹਨਾਂ ਦਾ, ਫਿਰ ਗਾਹਾਂ ਨੂੰ ਉਹਨਾਂ ਨੂੰ ਕੀ ਡਰ ਆ? ਇੱਥੇ ਜਿਉਂਦੇ ਹੀ ਕੱਟ ਹੋਣਾ ਨਾ। ਕਿਉਂਕਿ ਸਾਡੀ ਸਿੱਖੀ ਦੀ ਜਿਹੜੀ ਖਾਸੀਅਤ ਮੈਂ ਮੰਨਦਾ ਉਹ ਇਹ ਹੈ ਵੀ ਬਾਕੀ ਧਰਮ ਕਹਿੰਦੇ ਆ ਮਰੇ ਹੋਇਆਂ ਨੂੰ ਮੁਕਤੀ ਮਿਲੂਗੀ, ਤੇ ਸਿੱਖੀ ਕਹਿੰਦੀ ਹੈ, ਗੁਰਬਾਣੀ ਕਹਿੰਦੀ ਹੈ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਈ ਲਾ। ਇੱਥੇ ਤਾਂ ਸਿੱਧੀਆਂ ਗੱਲਾਂ। ਮਰੇ ਹੋਏ ਨੂੰ ਜੇ ਮੁਕਤੀ ਦੇਗਾ, ਮੁਕਤ ਨਾ ਜਾਣੈ ਕੋਈ ਲਾ। ਨਾ ਤਾਂ ਲੋਕਾਂ ਨੂੰ ਪਤਾ ਲੱਗਣਾ, ਤੇ ਨਾ ਮੈਨੂੰ ਪਤਾ ਲੱਗਣਾ ਵੀ ਮੁਕਤੀ ਮਿਲ ਗਈ ਕਿ ਨਹੀਂ ਮਿਲ ਗਈ। ਮੈਨੂੰ ਸਵਾਦ ਦਾ ਕੀ ਪਤਾ ਲੱਗੂ? ਨਾਮ ਦਾ ਸਵਾਦ ਕੀ ਹੈ? ਇਸ ਕਰਕੇ ਹੇ ਪ੍ਰਮਾਤਮਾ, ਜਿਉਂਦਿਆਂ ਨੂੰ ਮੁਕਤੀ। ਇੱਥੇ ਜਿਉਂਦਿਆਂ ਨੂੰ, ਜਿਹਦਾ ਜਿਉਂਦਿਆਂ ਦਾ ਇਹ ਕਾਰਜ ਹੋ ਜਾਂਦਾ, ਜਿਹਦਾ ਜਿਉਂਦੇ ਦਾ ਜਨਮ ਮਰਨ ਕੱਟਿਆ ਜਾਂਦਾ, ਮਿਲਾਪ ਹੋ ਜਾਂਦਾ, ਅੰਦਰੋਂ ਨਿਸ਼ਾਨੀਆਂ ਪਤਾ ਲੱਗ ਜਾਂਦੀਆਂ, ਉਹ ਫਿਰ ਡਰੂਗਾ ਕਿਸੇ ਤੋਂ? ਉਹ ਕਿਤੇ ਕਰਮਕਾਂਡ ਕਰੂਗਾ? ਨਹੀਂ, ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੋਊਗਾ, ਤੇ ਬਾਕੀਆਂ ਹੋਰਾਂ ਨੂੰ ਵੀ ਉਹ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਦੀ ਕੋਸ਼ਿਸ਼ ਕਰੂਗਾ, ਕਿਉਂਕਿ ਉਹਦੇ ਜਨਮ ਮਰਨ ਦਾ ਡਰ ਕੱਟਿਆ ਜਾਂਦਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਜਿਹੜੇ ਨਾਮ ਦੇ ਵਿੱਚ ਸਮਾ ਗਏ, ਉਹਨਾਂ ਨੇ ਅਬਿਨਾਸੀ ਪਰਮਾਤਮਾ ਪੁਰਖ ਵਾਹਿਗੁਰੂ ਏਕਾ ਪੁਰਖ ਸਵਾਈ ਨਾਰ। ਆਤਮਾ ਨੇ ਕਿਹਦੇ ਨਾਲ ਜੁੜਨਾ? ਪਰਮਾਤਮਾ ਨਾਲ। ਅਬਿਨਾਸੀ ਪੁਰਖ ਪਾਇਆ, ਉਹਨਾਂ ਨੇ ਸਮਝ ਲਓ ਪਾ ਲਿਆ ਪਰਮੇਸ਼ਰ। ਬਹੁ ਸੋਭ ਖੰਡ ਬ੍ਰਹਮੰਡਾ ਹੈ। ਜਿਹੜਾ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ, ਉਹਨਾਂ ਨੇ ਪਾ ਲਿਆ। ਸਮਝ ਲਓ ਭਾਈ, ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਪਏ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਗੁਰਬਾਣੀ ਦੀ ਖਾਸੀਅਤ ਗੁਰਮੁਖ ਪਿਆਰਿਓ ਇਹ ਹੈ ਵੀ ਗੁਰਬਾਣੀ ਨੇ ਨਾ ਦੋਨੇ ਪੱਖ ਦੱਸ ਦੇਣੇ ਆ, ਸਮਝਾ ਦੇਣੇ ਆ ਵੀ ਜੇ ਤਾਂ ਭਾਈ ਤੂੰ ਜੁੜ ਗਿਆ, ਫਿਰ ਤਾਂ ਤੂੰ ਬਣ ਜਾਏਗਾ ਦੇਵਤਾ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦ ਬਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਫਿਰ ਤਾਂ ਬਣ ਜਾਏਗਾ ਤੂੰ ਦੇਵਤਾ ਜਿਉਂਦਾ ਹੀ, ਐ ਮਨੁੱਖ। ਤੇ ਜੇ ਨਾ ਜੁੜਿਆ, ਫਿਰ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਹੁਣ ਮਰਜ਼ੀ ਮੇਰੀ ਹੈ। ਹੁਣ ਦੋਨੋਂ ਪੱਖ ਸਮਝਾ ਦਿੱਤੇ ਕਿ ਜੇ ਤਾਂ ਭਾਈ ਗੁਰੂ ਦੇ ਅੱਗੇ ਅੰਜਲੀ ਕਰ ਲੇਗਾ, ਬੁੱਕ ਕਰ ਲੇਗਾ, ਸ਼ਰਧਾ ਭਾਵਨਾ ਦੇ ਨਾਲ ਜੁੜ ਜਾਏਗਾ, ਗੁਰੂ ਦੀ ਗੁਰਬਾਣੀ ਨਾਲ ਜੁੜ ਜਾਏਗਾ, ਗੁਰਬਾਣੀ ਨੂੰ ਸਮਝੇਗਾ, ਪੜ੍ਹੇਗਾ, ਸੁਣੇਗਾ, ਇਸ ਰਸਤੇ ਤੇ ਚੱਲ ਪਏਗਾ, ਫਿਰ ਤਾਂ ਵਧੀਆ, ਫਿਰ ਤਾਂ ਤੂੰ ਨਾਮ ਦੇ ਵਿੱਚ ਸਮਾ ਜਾਏਗਾ। ਤੇ ਜੇ ਸਾਖਤ ਬਣਿਆ ਰਹਿ ਗਿਆ, ਗੁਰਬਾਣੀ ਤੋਂ ਪਾਸਾ ਵੱਟ ਲਿਆ ਮਨ ਨੇ ਤੇਰੇ ਨੇ, ਫਿਰ ਤੂੰ ਇਹ ਦੁਨੀਆਦਾਰੀ ਦੇ ਵਿੱਚ ਹੀ ਫਸਿਆ ਰਹੇਗਾ। ਜਿੰਨਾ ਮਰਜ਼ੀ ਜ਼ੋਰ ਲਾ ਲਈ, ਨਕਲੀ ਧਰਮੀ ਬਣ ਕੇ ਰਹਿ ਜਾਏਗਾ। ਹੁਣ ਮੇਰੇ ਮਨ ਤੇ ਆ ਗਈ ਬਈ ਮੈਂ ਨਕਲੀ ਬਣਨਾ ਕਿ ਅਸਲੀ ਬਣਨਾ। ਜੇ ਅਸਲੀ ਬਣਨਾ, ਫਿਰ ਆਓ ਸਾਰੇ ਬੇਨਤੀ ਕਰੀਏ ਉਹ ਵਾਹਿਗੁਰੂ
परमात्मा अगे कि मैं भी कासे जोगा नहीं, मैनू भी कख दी अकल नहीं, मैं भी जीरो तो शुरू होना चाहुंदा। हे परमात्मा, हे वाहिगुरू, हम गरीब मस्कीन, मस्कीन दा अर्थ भी गरीब आ। मैं दुबई दे विच रह के आया, उदों सानूं वो गाल कढ़दे हुंदे सी, उदों पता नहीं लगदा सी, इंते मस्कीन कहिंदे हुंदे सी। तुसीं गरीब हो, इस तरह दिमागों गरीब हो, आए करके मस्कीन भाव गरीब। हम गरीब मस्कीन प्रभ तेरे, असी गरीब हाँ, मस्कीन हाँ, हे प्रभु, हे वाहिगुरू, पर है तेरे हाँ। हर राख राख बड़ वड्डा है, हे वड्डे वाहिगुरू, हे वड्डे परमात्मा, वड्डे गुरु ग्रंथ साहब सच्चे पातशाह, मैं गलतियां दा पुतला, अज तक मैं आपदियां मर्जियां करदा आया, मैं आपदियां मर्जियां मुताबिक चलदा आया, पर मैनू हुण पता लग गया मेरा जन्म मरण नहीं मुक्या, मेरे अंदर कल कल नहीं मुक्की। इस करके हे वड्डे वाहिगुरू, हे बाबियां दे बाबे गुरु नानक बाबा जी, सानू रख लवो। हम गरीब मस्कीन प्रभ तेरे, हर राख राख बड़ वड्डा है, सब ते वड्डा सतगुर नानक, जिन कर राखी मेरी। जन नानक नाम आधार टेक है, हर नामे ही सुख मंडा है। ये आधार जो मंदिर को थमै थमन, गुर का शब्द मन है असथमन। मन दे थल्ले ये आधार बन जाता, जिहदे नाल छत खड़ी हुंदी है। जन नानक, चौथे नानक जी समझा रहे हैं गुरु रामदास सच्चे पातशाह जी, नाम आधार के भाई नाम दा, परमात्मा दा नाम, आत्मक ज्ञान जो गुरु ग्रंथ साहिब जी तो मिलदा, अपने अपने गुरु तो मिलदा। साडे सिखां दे गुरु धन श्री गुरु ग्रंथ साहिब जी हन। साडा नाम आत्मक ज्ञान है, यही आधार है, यही साडा जीड़े नूं उत्ते थल्ले नहीं होण देवेगा। जन नानक नाम आधार टेक है, हर नामे ही सुख मंडा है। नाम दे विच ही सुखां दा खजाना भाई। गुरमुख प्यारिओ, सोहला बाणी दे राही चौथे पातशाह जी ने आपां नूं ये समझाया कि भाई होर उरले परले पासियों ध्यान हटा के धन श्री गुरु ग्रंथ साहिब जी दे नाल जुड़िए, ते गुरु ग्रंथ साहिब जी दे राही एक ओंकार परमात्मा अकाल पुरख वाहिगुरू जो साडे सारियां दे अंदर है, अपनी हउमे नूं कट के वो सचियार नाल जुड़िए। असीं कूड़ियार हां, किव सचियारा होई है, किव कूड़ा टुटै पाल। गुरु दे ज्ञान राही कूड़ दी पाल नूं तोड़ के असीं परमात्मा दे नाल मिलाप कर सकते हैं। सतगुरु सच्चे पातशाह सारिਆਂ ते किरपा करन। बार बार हथ जोड़ के यही बेनती है कि गुरबाणी नाल जुड़िए भाई। होईयां भुल्लां गलतियां कमियां दी माफ़ी बख्शना जी। आओ गज के फतेह बुलाइए। वाहिगुरू जी का खालसा, वाहिगुरू जी की फतेह।